ਤੁਹਾਨੂੰ ਨਾ ਪੁੱਛਣਾ, ਤੁਸੀਂ ਉਹਨਾਂ ਨੂੰ ਮੰਨਦੇ, ਮਿਰਜ਼ਾ ਸਾਹਿਬ ਨੂੰ ਮਸੀਹ ਮੌਤ ਮੰਨਦੇ ਹੋ ਤੁਸੀਂ? ਉਹ ਗੱਲ ਸੁਣੋ, ਮੈਂ ਤੇ ਡਾਕਟਰ ਇਸਰਾਰ ਦੀ ਜਿਹੜੀ ਤਾਰੀਫ ਆ ਉਹ ਸਾਬਤ ਕਰ ਦਿੱਤੀ। ਤੁਸੀਂ ਹੁਣ ਕਹਿਣ ਦੇ ਕਿ ਡਾਕਟਰ ਇਸਰਾਰ ਨੂੰ ਇਲਮ ਹੀ ਨਹੀਂ ਸੀ, ਤੇ ਇਸ ਤੋਂ ਬਾਅਦ ਗੱਲ ਖਤਮ ਹੋ ਗਈ। ਮੈਂ ਕਹਿ ਰਿਹਾ ਡਾਕਟਰ ਇਸਰਾਰ ਦਾ ਅਗਰ ਇਲਮ ਹੈ, ਤੁਸੀਂ ਉਹ ਸਬੂਤ ਦੇ ਦਿਓ, ਮੈਂ ਮਾਫੀ ਮੰਗ ਲਾਂਗਾ, ਰਜੂ ਕਰਾਂਗੇ ਸਭ ਦੇ ਸਾਹਮਣੇ। ਤੁਸੀਂ ਮਾਫੀ ਇਸ ਵਾਸਤੇ ਮੰਗੋ ਕਿ ਸਾਬਤ ਹੋ ਚੁੱਕਿਆ ਹੋਇਆ ਵਾ, ਕਿ ਕਿਸੇ ਵਾਸਤੇ ਕਿ ਡਾਕਟਰ ਉਹ ਮੈਨੂੰ ਨਹੀਂ ਦੱਸਿਆ ਜਾ ਸਕਦਾ। ਉਹ ਜਿਹੜਾ ਸਾਬਤ ਹੋਇਆ ਤੁਹਾਡੇ ਕਿਤਾਬਾਂ 'ਚ, ਉਹ ਮੇਰੇ ਕਿ ਨਹੀਂ ਬਿਆਨ ਕੀਤਾ ਜਾ ਸਕਦਾ ਕਿ ਫਲਾਣੇ ਪਾਦਰੀ ਨੂੰ ਸ਼ਿਕਸਤ ਦਿੱਤੀ ਮਿਰਜ਼ਾ ਸਾਹਿਬ ਨੇ। ਤੁਸੀਂ ਆਪਣੀ ਜ਼ੁਬਾਨ ਚੋਂ ਨਹੀਂ ਸਾਬਤ ਕੀਤਾ ਕਿ ਡਾਕਟਰ ਇਸਰਾਰ ਸਾਹਿਬ ਨੇ ਕਿਹਾ, ਬਸ ਗੱਲ ਖਤਮ ਹੋ ਗਈ। ਮੈਂ ਤਾਂ ਕਹਿਣਾ ਕਿਹਾ ਸਹੀ ਕਿਹਾ ਕਿ ਗਲਤ ਕਿਹਾ, ਇਹਦਾ ਫੈਸਲਾ ਕਰੀਏ ਨਾ ਰਲ ਕੇ। ਹਾਂ ਹੁਣ ਠੀਕ ਕਿਹਾ ਨਾ, ਇਸ ਵਾਸਤੇ ਠੀਕ ਕਿਹਾ, ਠੀਕ ਹੈ, ਤੇ ਪਾਦਰੀ ਦਾ ਨਾਮ ਦੱਸੋ। ਇਸ ਵਾਸਤੇ ਠੀਕ ਹੈ ਕਿ ਉਹ ਮੇਰੀ ਗੱਲ ਸੁਣੋ ਨਾ, ਅਗਰ ਉਹ ਠੀਕ ਇਸ ਵਾਸਤੇ ਹੈ ਕਿ ਸੰਤ ਯਾਫਤਾ ਆਲਮ ਨੇ, ਅਗਰ ਉਹਨਾਂ ਨੇ ਠੀਕ ਇਹ ਦਲੀਲੇ ਇਤਰਾਮ ਨਹੀਂ ਚਲਦੀ ਹੈ, ਉਹ ਸੰਤ ਚੱਲਦੀ ਹੈ, ਉਹ ਸੰਤ ਯਾਫਤਾ ਨੇ, ਤੁਸੀਂ ਠੀਕ ਟਾਕਦੇ ਹੋ। ਗੱਲ ਖਤਮ ਹੋ ਗਈ। ਇਹ ਵੀ ਤੁਹਾਡਾ ਸ਼ੱਕ ਕੱਢ ਦਿੰਦੇ ਆ, ਡਾਕਟਰ ਇਸਰਾਰ ਕੋ ਕਾਹਦੀ ਸਨਦ ਸੀ? ਸੰਦ ਇਹੀ ਬੜੀ ਹੁੰਦੀ ਹੈ ਕਿ ਉਹਨਾਂ ਲੱਖਾਂ ਆਦਮੀ ਓਕੇ ਕਹਿਣ, ਇੱਕ ਆਲਮ ਨੇ, ਬਸ ਇਹੀ ਸੰਦ। ਦਰਸੇ ਨਿਜ਼ਾਮੀ ਕੀਤਾ ਸੀ, ਮੁਨਸ਼ੀ ਫਾਜ਼ਲ ਕੀਤਾ ਸੀ, ਮੌਲਵੀ ਫਾਜ਼ਲ ਕੀਤਾ ਸੀ, ਹਿਫਜ਼ ਕੀਤਾ ਸੀ, ਕਿਰਾਤ ਕੀਤੀ ਸੀ, ਤਜਵੀਦ ਕੀਤੀ ਸੀ। ਕਿਹੜਾ ਕੋਰਸ ਕੀਤਾ ਸੀ ਡਾਕਟਰ ਇਸਰਾਰ? ਮੌਲਵੀ ਫਾਜ਼ਲ ਵੀ ਕੀਤਾ ਹੋਇਆ ਸੀ ਉਹਨਾਂ ਨੇ। ਕੱਖ ਨਹੀਂ ਕੀਤਾ, ਕੋਈ ਕੋਰਸ ਉਹਨਾਂ ਕੋਲ ਇੱਥੇ ਰੱਖੋ, ਟਿਕਟਾਕ ਦਾ ਬੰਦਾ ਜਿੰਨੇ ਕੋਰਸਿਸ ਨੇ, ਇੱਕ ਵੀ ਕੋਰਸ ਉਹਨਾਂ ਨੇ ਕੀਤਾ। ਹਾਂ, ਉਹਨਾਂ ਇਲਮ ਹਾਸਿਲ ਕੀਤਾ ਆਪਣੇ ਮੁਤਾਲਿਆ ਨਾਲ, ਮੈਂ ਉਹਨਾਂ ਨੂੰ ਕੋਈ ਜਾਇਲ ਨਹੀਂ ਪਿਆ ਕਹਿੰਦਾ, ਲੇਕਿਨ ਇਹ ਗੱਲ ਹਰ ਆਲਮ ਕੋ ਗਲਤ ਗੱਲ ਹੋ ਸਕਦੀ, ਇਹ ਗੱਲ ਉਹਨਾਂ ਗਲਤ ਕੀਤੀ ਹੈ। ਅਗਰ ਇਹ ਸਹੀ ਉਹਨਾਂ ਕੀਤੀ, ਤੁਸੀਂ ਇਹਦਾ ਸਬੂਤ ਦੇ ਦਿਓ, ਮੈਂ ਸਭ ਦੇ ਸਾਹਮਣੇ ਮਾਫੀ ਮੰਗ ਲਾਂਗਾ। ਦੱਸੋ ਡਾਕਟਰ ਇਸਰਾਰ ਦੇ ਕਹਿਣ ਦੇ ਮੁਤਾਬਕ ਮਿਰਜ਼ਾ ਸਾਹਿਬ ਪਾਦਰੀਆਂ ਨੂੰ ਸ਼ਿਕਸਤ ਦਿੱਤੀ, ਕਿਹੜੇ ਪਾਦਰੀ ਨੂੰ ਮਿਰਜ਼ਾ ਸਾਹਿਬ ਸ਼ਿਕਸਤ ਦਿੱਤੀ? ਇੱਕ ਪਾਦਰੀ ਦਾ ਨਾਮ ਮੈਂ ਸਿਰਫ ਸਾਬਤ ਕਰਨ ਆਇਆ ਸੀ, ਤੁਸੀਂ ਮੰਨ ਗਏ ਹੋ ਕਿ ਡਾਕਟਰ ਇਸਰਾਰ ਨੇ ਕਿਹਾ, ਗੱਲ ਖਤਮ ਹੋ ਗਈ। ਆਹੋ ਅੱਛਾ, ਡਾਕਟਰ ਇਸਰਾਰ ਨੇ ਕਿਹਾ, ਅੱਛਾ ਕਹਿਣ ਨੂੰ ਤੇ ਮੁਫਤੀ ਨੀਫ ਕੁਰੈਸ਼ੀ ਨੇ ਵੀ ਕਿਹਾ 70-75 ਮਨਾਜ਼ਰੇ ਮਿਰਜ਼ਾ ਕਾਦੀਆਨੀ ਨੇ ਕੀਏ, 70-75 ਮਨਾਜ਼ਰੇ ਕੀਤੇ ਮਿਰਜ਼ਾ ਸਾਹਿਬ ਨੇ। ਫਿਰ ਅੱਲਾਹ ਤਾਲਾ ਕਿਉਂ ਤੁਹਾਡੇ ਆਲਮਾਂ ਦੇ ਮੂੰਹ ਚੋਂ ਤਾਰੀਫ ਕਰਵਾਉਣ ਡਿਆ? ਇਹੀ ਗੱਲ ਸਮਝ ਲਓ। ਇਹ ਅੱਲਾਹ ਤਾਲਾ ਨਹੀਂ ਕਰਵਾਉਂਦਾ, ਸ਼ੈਤਾਨ ਤੋਂ ਕਰਵਾਉਂਦਾ ਮੁੰਡੇ ਨੂੰ, ਸ਼ੈਤਾਨ ਨਹੀਂ ਕਰਵਾਉਂਦਾ। ਮੁਫਤੀ ਨੀਫ ਕੁਰੈਸ਼ੀ ਸਾਹਿਬ ਨੂੰ ਮੈਂ ਫੋਨ ਕਰਾਂ, ਜੇ ਹੁਣੇ ਉਹ ਕਹਿ ਦੇਣ ਕਿ ਮੈਂ ਗਲਤ ਬਿਆਨੀ ਕੀਤੀ ਸੀ, ਮੇਰੇ ਕੋਲ ਗਲਤੀ ਹੋਈ ਹੈ, ਹੁਣੇ ਜੇ ਮੁਫਤੀ ਸਾਹਿਬ ਨੂੰ ਕਰਾਂ ਫੋਨ? ਕਰੋ ਫੋਨ ਨਹੀਂ ਤਾਂ ਮੈਂ ਤੁਹਾਨੂੰ ਜਵਾਬ ਦੇਦਾ, ਮੈਂ ਤੁਹਾਨੂੰ ਜਵਾਬ ਦੇਦਾ। ਫੋਨ ਕੱਢੋ, ਨਹੀਂ ਮੈਂ ਜਵਾਬ ਦੇਦਾ। ਇੱਕ ਮਿੰਟ ਮੈਂ ਫੋਨ ਕਰਨਾ, ਮੈਂ ਫੋਨ ਕਰਨਾ ਹੈ। ਨਹੀਂ ਛੱਡੋ, ਫੋਨ ਕਰਕੇ ਜੋ ਫੋਨ ਕਰਨਾ। ਅੱਲਾਹ ਤਾਲਾ ਨੇ ਇੱਕ ਦਫਾ ਹੀ ਤਾਰੀਫ ਕਰਵਾਉਣੀ ਸੀ, ਬਾਰ-ਬਾਰ ਨਹੀਂ, ਬਾਰ-ਬਾਰ ਨਹੀਂ, ਬਾਰ-ਬਾਰ ਕਲੋਜ ਹੋ ਨਾ। ਇਹ ਲੋ ਜੀ ਫੋਨ ਆ ਗਿਆ, ਦੇਖੋ ਜੀ ਇਹ ਇਹਨਾਂ ਦਾ ਹਾਲ ਜੇ, ਫੋਨ ਆ ਗਿਆ। ਮੁਫਤੀ ਨੀਫ ਕੁਰੈਸ਼ੀ, ਚੁੱਪ ਕਰ, ਮਾਈਕ ਮਿਊਟ ਕਰੋ, ਮਾਈਕ ਮਿਊਟ ਕਰੋ। ਤਾਹरुल कादरी ਸਾਹਿਬ, ਬਾਕੀ ਸਭ ਨੇ ਤਾਹरुल कादरी ਦਾ ਕਰਵਾਓ, ਫੋਨ ਸੁਣੋ, ਤਾਹरुल कादरी ਦਾ ਕਰਵਾਓ। ਚੁੱਪ ਕਰੋਗੇ? ਤਾਹरुल कादरी ਦਾ ਕਰਵਾਓ। ਉਹ ਭਾਜੀ ਫੋਨ ਉਹਨਾਂ ਦਾ ਆ ਗਿਆ, ਮੁਫਤੀ ਸਾਹਿਬ ਦਾ ਫੋਨ ਤੇ ਕਰ ਲੈਂਦੋ। ਬੋਲੋ, ਮੈਂ ਕਹਿੰਦਾ ਤਾਹरुल कादरी ਦਾ ਵੀ ਕਰਵਾਓ ਨਾ, ਤਾਹरुल कादरी ਨੂੰ ਅਰੇ ਸਾਹਿਬ ਰੋਲਾ ਨਾ ਪਾਓ, ਤਾਹरुल कादरी ਦਾ, ਮਨਜ਼ੂਰ ਚਨਿਓਟੀ ਦਾ, ਸਭ ਦਾ ਕਰਵਾਓ। ਅੱਛਾ ਕਰਨੇ ਇੱਕ ਕਰਕੇ ਕਰਨਾ ਹੈ ਨਾ? ਨਹੀਂ ਮੇਰੀ ਗੱਲ, ਮੈਂ ਆਇਆ ਵਾਂ, ਮਨਜ਼ੂਰ ਚਨਿਓਟੀ ਦਾ ਕਰਵਾਓ, ਤਾਹरुल कादरी ਦਾ ਕਰਵਾਓ। ਉਹਨਾਂ ਨੇ ਵੀ ਕਿਹਾ, ਉਹਨਾਂ ਦੇ ਮੂੰਹ ਚੋਂ ਵੀ ਤਾਰੀਫ ਨਿਕਲੀ ਹੈ। लो जी सुनो फोन आ गया मुफ्ती साहब। बरादरी मोहतरम, आपने मेरी तरफ मेरे किसी जगह के खिताब का एक मुख्तसर सा हिस्सा जो भेजा है, जिसमें मैं मिर्जा कादियानी रिकॉर्डिंग ना लाओ, मेरे ना गाल कराओ ना, रिकॉर्डिंग ना लाओ ना ऐਵੇਂ चुप करो, रिकॉर्डिंग लाई। उसने इब्तिदान बड़े मुनाजरे वगैरह किए और 70 के करीब जो है ना वो मुनाजरे उसने झूठी। मेरे ना गाल कराओ ना, झूठी रिकॉर्डिंग लाई जे, तो ये झूठी रिकॉर्डिंग लाई जे, मेरे ना गाल कराओ। आपका शुक्रिया, आपने मेरी तवज्जो इस तरफ मबजूल करवाई है, क्योंकि जो मिर्जा कादियानी का जो बेटा है उसने सीरत उल मादी के अंदर खुद ही बताया कि मिर्जा साहब के जो मुनाजरे ये मुबासों की तादाद है वो 7 के करीब है। तो आपका शुक्रिया कि आपने मेरी तवज्जो इस जानिब मबजूल करवाई है। तो आप इसको मेरी सबकत लिसानी समझ के मुझे माफ कर दीजिए। जी मुफ्ती नीफ कुरैशी, जी मुफ्ती साहब नीफ कुरैशी साहब जिंदाबाद, नारा लगे थे, नारा मुफ्ती नीफ कुरैशी जिंदाबाद, जिंदाबाद। मुफ्ती नीफ कुरैशी साहब ने कहता है मैंने माफ कर दो, सब दिल सानी सब। उन्होंने दलील कैसी बेहतरीन, एक मिनट उन्होंने दलील कैसी बेहतरीन दी थी। उन्होंने कहा मुंडा कहता 7 कितने ने, मेरे को 70 निकल गया, मैं सबके लिसानी माफी चाहना। जिन्हें उन्हें जम्मे वो कहना 7 कितने, मेरे को 7 ते नाल 0 लग गया। लो जी जेड़े खाली हसन नाल कुछ नहीं होना। अच्छा गल सुनो, मेरी गल सुन लो ना, मुफ्ती नीफ कुरैशी साहब दा क्लियर हो गया। अच्छा किहड़े मौलवी तारीफ कीती मिर्जा साहब दी?
ਪਹਿਲਾਂ ਤਾਂ ਤੁਹਾਡਾ ਝੂਠ ਸਾਬਤ ਹੋ ਗਿਆ ਕਿ ਰਿਕਾਰਡਿੰਗ ਆ ਕੋਈ ਮੁਫਤੀ ਮੁਤ ਕ੍ਰੈਸ਼ੀ ਨਹੀਂ। ਸਾਹਿਬ ਨੇ ਸ਼ਿਕਸਤ ਦਿੱਤੀ ਆਮਨ ਨਜ਼ੀਰ ਸਾਹਿਬ ਚਿੱਟੀ ਦਾੜੀ ਹੋ ਗਈ, ਝੂਠ ਨਾ ਬੋਲਿਆ ਕਰੋ, ਰਿਕਾਰਡਿੰਗ ਲਾਤੀ ਜੇ, ਖੁਦਾ ਦਾ ਖੌਫ ਕਰੋ। ਤੁਸੀਂ ਕਹਿੰਦੇ ਮੈਂ ਨਾਲ ਮਿਲਾ ਲਿਆ ਦੁਬਾਰਾ ਮਿਲਾਵਾਂ ਕਾਲ ਦੇਖੋ ਜਿਨ੍ਹਾਂ ਦੇ ਝੂਠ ਸਾਡੀ ਤਬਲੀਗ, ਤੁਹਾਡੇ ਝੂਠ ਜਿਹੜੇ ਨੇ ਸਾਡੀ ਤਬਲੀਗ ਬਣਦੀ ਹੈ, ਤੁਹਾਡੇ ਝੂਠ ਸਾਡੀ ਤਬਲੀਗ ਬਣਦੇ ਹੈ, ਤੁਹਾਡੇ ਝੂਠ ਖਾਓ ਕਸਮ ਕੇ ਰਿਕਾਰਡਿੰਗ ਨਹੀਂ ਨਹੀਂ ਤੁਸੀਂ ਉਹਨਾਂ ਦੀ ਆਵਾਜ਼ ਨਹੀਂ ਸੁਣੀ, ਜਾਲੀ ਆਵਾਜ਼ ਹੈ, ਆਖੋ 2 ਨੰਬਰ ਆਵਾਜ਼ ਉਹਨਾਂ ਦੀ ਆਵਾਜ਼ ਨਹੀਂ ਹੈ। ਕਹੋ ਤੁਸੀਂ ਤਾਂ ਕਹਿੰਦੇ ਮੈਂ ਨੰਬਰ ਮਿਲਾਣ ਡਿਆ ਤੇ ਰਿਕਾਰਡਿੰਗ ਮਿਲਾਈ ਜੇ, ਨੰਬਰ ਹੀ ਹੈ ਨਾ, ਨੰਬਰ ਹੀ ਹੈ ਨਾ, ਉਹਨਾਂ ਦੇ ਨੰਬਰ ਤੋਂ ਹੀ ਆਇਆ ਨਾ। ਲੋ ਜੀ ਰਾਹੀਲ ਸਾਹਿਬ ਮੇਰੇ ਨਾਲ ਤੈਅ ਕਰੋ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾਹ ਸੁਣੋ, ਹੱਸਣਾ ਬੰਦ ਕਰੋ, ਕਲਮਾ ਪੜਨਾ ਪਿਆ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾਹ। ਮੈਂ ਮੁਫਤੀ ਸਾਹਿਬ ਨੂੰ ਕਾਲ ਮਿਲਾਣਾ ਵਾ, ਸੁਣੋ ਨਹੀਂ ਗੱਲ ਸੁਣੋ, ਮੈਂ ਕਾਲ ਮਿਲਾਣਾ ਵਾ ਮੁਫਤੀ ਸਾਹਿਬ ਨੂੰ। ਯਾਰ ਇੱਕ ਮਿੰਟ ਮੁਫਤੀ ਸਾਹਿਬ ਮੇਰੀ ਗੱਲ ਸੁਣੋ, ਮੁਫਤੀ ਸਾਹਿਬ ਨੂੰ ਕਾਲ ਮਿਲਾਣਾ, ਜੋ ਮੁਫਤੀ ਸਾਹਿਬ ਹੁਣੇ ਆਨਲਾਈਨ ਆ ਕੇ ਹੁਣੇ ਕਹਿ ਦੇਣ ਯਾਰ ਗੱਲ ਸੁਣੀ ਦੀ ਹੁੰਦੀ ਨਾ, ਐਵੇਂ ਗੱਲ ਦੇ ਵਿੱਚ ਗੱਲ ਇੱਕ ਬੰਦਾ ਰਿਕਾਰਡ ਜਾਂ ਝੂਠ ਹੋਵੇ। ਹੁਣ ਮੇਰੀ ਗੱਲ ਸੁਣੋ, ਅਗਰ ਮੈਂ ਤੁਸੀਂ ਮੁਫਤੀ ਸਾਹਿਬ ਦਾ ਕਿਹਾ ਮੁਫਤੀ ਸਾਹਿਬ ਦਾ ਤੁਸੀਂ ਕਿਹਾ ਮੈਂ ਹੁਣੇ ਕਾਲ ਮਿਲਾਣਾ ਵਾ, ਮੈਂ ਹੁਣੇ ਕਾਲ ਮਿਲਾਣਾ ਵਾ, ਜੇ ਉਹ ਕਹਿ ਦੇਣ ਕਿ ਜੀ ਮੈਂ ਬਿਲਕੁਲ ਸਬਕਤ ਲਿਸਾਨੀ ਦੀ ਵਜ੍ਹਾ ਤੋਂ ਲਫ਼ਜ਼ ਕਹਿ ਗਿਆ ਵਾ, ਤੁਸੀਂ ਲਾਨਤ ਭੇਜ ਦਿਓਗੇ ਇਸ ਗੱਲ ਦੇ ਉੱਤੇ? ਪਹਿਲਾ ਝੂਠ ਲਾਨਤ ਭੇਜ ਦਿਓਗੇ? ਪਹਿਲਾ ਝੂਠ ਬੋਲਿਆ ਰਾਹੀਲ ਸਾਹਿਬ, ਇਸ ਤਰ੍ਹਾਂ ਨਹੀਂ ਗੱਲ ਹੋਣੀ, ਰਾਹੀਲ ਸਾਹਿਬ ਇਸ ਤਰ੍ਹਾਂ ਨਹੀਂ। ਦੇਖੋ ਮੇਰੀ ਗੱਲ ਸੁਣੋ, ਰਿਕਾਰਡਿੰਗ ਲਾਈ ਫਰਾਂਸਿਕ ਕਰਾਣ, ਮੇਰੀ ਗੱਲ ਸੁਣੋ, ਅਸੀਂ ਮੈਂ ਨਹੀਂ ਫਰਾਂਸਿਕ ਕਰਾਣੇ, ਮੈਂ ਕਹਿੰਦਾ ਮੈਂ ਮੁਫਤੀ ਸਾਹਿਬ ਨੂੰ ਕਾਲ ਮਿਲਾਣਾ ਵਾ, ਅਗਰ ਉਹ ਕਾਲ ਦੀ ਆ ਕੇ ਕਹਿ ਦੇਣ ਕਿ ਹਾਂ ਬਿਲਕੁਲ ਮੇਰੀ ਆਡੀਓ ਹੈ ਔਰ ਮੈਂ ਅੱਜ ਵੀ ਆਪਣੇ ਮੌਕਫ ਤੇ ਕਾਇਮ ਹਾਂ ਬਿਲਕੁਲ ਇਸੇ ਤਰ੍ਹਾਂ, ਤੁਸੀਂ ਇਸ ਮਕਲਟ ਦੇ ਉੱਤੇ ਲਾਨਤ ਭੇਜ ਦਿਓਗੇ? ਨਹੀਂ ਤਾਂ ਮੈਨੂੰ ਤੁਸੀਂ ਨਹੀਂ, ਉਹ ਤੇ ਲਾਨਤ ਨਹੀਂ ਭੇਜਣੀ, ਫੌਜ ਮਾਰ ਕੁੱਟ ਕੇ ਵੀ ਦਿਲਵਾ ਲੈਂਦੀ ਹੈ, ਤੁਸੀਂ ਇਹਦੀ ਫਰਾਂਸਿਕ ਕਰਾਓ ਪਹਿਲੇ। ਹਾਂ ਸਹੀ ਗੱਲ ਹੈ, ਬੰਦਾ ਖੁਦ ਆ ਕੇ ਮੂੰਹ ਤੇ ਆ ਕੇ ਕਹਿ ਦੇਗਾ। ਅਕਬਰ ਖਾਨ ਸਾਹਿਬ ਬੰਦਾ ਜਿੰਦਾ ਹੋਵੇ ਫੋਰੈਂਸਿਕ ਕਰਾਉਣ ਦੀ ਕਿਹੜੀ ਲੋੜ, ਉਹਨੂੰ ਫੋਨ ਕਰਕੇ ਪੁੱਛ ਲੈਣੇ ਆ। ਨਹੀਂ ਬੰਦੇ ਤੇ ਪਾਕਿਸਤਾਨ ਚ ਵੀ ਜ਼ਿੰਦਾ ਨੇ ਜਿਨ੍ਹਾਂ ਨੂੰ ਮਾਰ ਕੁੱਟ ਕੇ ਬਿਆਨ ਲੈ ਲੈਂਦੇ ਨੇ, ਬਾਅਦ ਜੋ ਕਹਿੰਦੇ ਨੇ ਜਦੋਂ ਦੂਸਰੀ ਹੁਕੂਮਤ ਆਉਂਦੀ ਸਾਡੇ ਕੋਲ ਜ਼ਬਰਦਸਤੀ ਬਿਆਨ ਲਿਆ। ਬਿਲਕੁਲ ਸਹੀ ਗੱਲ ਹੈ। ਇਟਲੀ ਤੋਂ ਬਹਿ ਕੇ ਮੈਂ ਫੋਨ ਕਰਾਂਗਾ ਤੇ ਉਹਨੂੰ ਮਾਰਾਂ। ਤੁਸੀਂ ਰਾਹੀਲ ਸਾਹਿਬ ਨਾਲ ਜ਼ਿਆਦਤੀ ਨਾ ਕਰੋ ਸਾਰੇ ਰਲ ਕੇ। ਨਹੀਂ ਅਕਬਰ ਸਾਹਿਬ ਇਹਨਾਂ ਨੇ ਕਿਹਾ ਸੀ ਮੈਂ ਨੰਬਰ ਮਿਲਾਇਆ ਨਾ, ਰਿਕਾਰਡਿੰਗ ਮਿਲਾਤੀ, ਫਿਰ ਅਸੀਂ ਜਾਣਦੇ ਝੂਠ ਬੋਲ ਕੇ, ਮੈਂ ਤੁਹਾਨੂੰ ਦੱਸਣਾ ਝੂਠ ਬੋਲ ਕੇ ਬੋਲੀ ਜਾਂਦੇ। ਇੱਕ ਸ਼ਾਇਰ ਨੇ ਆਖਿਆ ਖਿਲੋਨੇ ਦੇ ਕੇ ਬਹਿਲਾਇਆ, ਵੀ ਝੂਠ ਸਾਬਤ ਤੁਹਾਡਾ ਹੋ ਗਿਆ। ਨੰਬਰ ਮਿਲਾਣਾ ਵਾ ਇਹਨਾਂ ਦੀ ਆਦਤ ਹੁਣ ਰਿਕਾਰਡਿੰਗ ਮਿਲਾ ਦਿੱਤੀ। ਇਹਨਾਂ ਨੇ ਬੱਚਿਆਂ ਇਹ ਗੱਲਾਂ ਘੜੀਆਂ ਨੇ, ਡਾਕਟਰ ਇਸਰਾਰ ਨੇ ਤਾਰੀਫ ਕਰਤੀ, ਸ਼ੇਖ ਬਟਾਲੀ ਨੇ ਤਾਰੀਫ ਕਰਤੀ, ਤੁਸੀਂ ਔਰ ਯੂਸਫੀ ਸਾਹਿਬ ਰਲ ਕੇ ਨਾ ਰਾਹੀਲ ਸਾਹਿਬ ਨਾਲ ਜ਼ਿਆਦਤੀ ਕਰ ਰਹੇ ਹੋ। ਨਹੀਂ ਕਿਹੜੀ ਜ਼ਿਆਦਤੀ ਕਰ ਰਹੇ ਅਸੀਂ ਤਾਂ ਇਹਨਾਂ, ਤੁਸੀਂ ਦੱਸੋ ਜੀ ਕਿਹੜੇ ਪਾਦਰੀ ਨੂੰ ਮਿਰਜ਼ਾ ਸਾਹਿਬ ਸ਼ਿਕਸਤ ਦਿੱਤੀ? ਨਹੀਂ ਮੇਰੀ ਨਹੀਂ ਤੇ ਆਮਨ ਨਜ਼ੀਰ ਸਾਹਿਬ ਨਹੀਂ ਇਲਜ਼ਾਮ ਕੀ ਲਾਣਾ ਮੇਰੇ ਨਾਲ ਡਾਇਰੈਕਟ ਗੱਲ ਕਰਨਾ, ਕਰਾ ਕੇ ਲਿਆਓ ਫਿਰ ਪਤਾ ਲੱਗੇਗਾ। ਪਹਿਲੇ ਜ਼ਿਆਦਤੀ ਵਾਲਾ ਲਫ਼ਜ਼ ਵਾਪਸ ਲਓ। ਨਾਲੇ ਗੱਲ ਸੁਣੋ, ਇਹਨਾਂ ਨੇ ਕਿਹਾ ਨੰਬਰ ਮਿਲਾ, ਹੁਣ ਜਿੰਨਾ ਮਰਜ਼ੀ ਸੱਚ ਬੋਲਣ ਨਾ ਰਿਕਾਰਡ ਝੂਠ ਹੋ ਗਿਆ। ਇੱਕ ਥਾਣੇਦਾਰ ਬੰਦਾ ਫੜੇ ਨਾ ਤਾਂ ਉਹਦਾ ਝੂਠ ਸਾਬਤ ਹੋਈ ਤਾਂ ਫੈਂਟੀ ਲਾਉਂਦੇ ਨੇ ਪਹਿਲਾਂ ਕਿ ਹੁਣ ਤੂੰ ਫਿਰ ਝੂਠ ਬੋਲਣ ਲੱਗਾ। ਪਹਿਲਾਂ ਇਹਨਾਂ ਨੇ ਕਿਹਾ ਨੰਬਰ ਮਿਲਾਇਆ, ਰਿਕਾਰਡਿੰਗ ਹੁੰਦੀ ਪਈ ਏ, ਲੋਕ ਤੇ ਪੁੱਛਦੇ ਨੇ ਵੀ ਰਾਹੀਲ ਸਾਹਿਬ ਮਿਰਜ਼ਾ ਸਾਹਿਬ ਨੇ ਕਿਹੜੇ ਪਾਦਰੀ ਨੂੰ ਸ਼ਿਕਸਤ ਦਿੱਤੀ। ਮੈਂ ਤੁਹਾਨੂੰ ਦੱਸ ਦਿੰਦਾ ਫਤਿਹ ਮਸੀਹ ਨੂੰ ਦਿੱਤੀ ਮਿਰਜ਼ਾ ਸਾਹਿਬ ਸ਼ਿਕਸਤ। ਯਾਰ ਅਮਨ ਨਜ਼ੀਰ ਸਾਹਿਬ ਤੇ ਰਿਕਾਰਡਿੰਗ ਸੁਣ ਲਓ, ਮੈਂ ਕੀ ਕਿਹਾ ਸੀ, ਨਹੀਂ ਜਿਹੜੀ ਮੈਂ ਗੱਲ ਮੈਂ ਕਿਹਾ ਕਿ ਮੈਂ ਆ ਕੇ ਤੇ ਕੀ ਗੱਲ ਕੀਤੀ ਸੀ ਇਹ ਸਭ ਨੂੰ ਪਤਾ। ਮੈਂ ਕਿਹਾ ਸੀ ਉਹਨਾਂ ਨੇ ਤਾਰੀਫ ਕੀਤੀ, ਤੁਸੀਂ ਮੰਨ ਗਏ ਬਸ ਗੱਲ ਖਤਮ ਹੋ ਗਈ। ਮਿਰਜ਼ਾ ਸਾਹਿਬ ਨੇ ਮਾਰਟਨ ਕਲਾਰਕ, ਉਹਨਾਂ ਨੇ ਕਿਹਾ ਮਿਰਜ਼ਾ ਸਾਹਿਬ ਨੇ ਇਸਲਾਮ ਦੀ ਖਿਦਮਤ ਕੀਤੀ, ਬਸ ਗੱਲ ਖਤਮ। ਕਿਹੜੀ ਖਿਦਮਤ ਕੀਤੀ? ਇੰਦਰ ਮੈਨੂੰ ਮੁਰਾਦਾਬਾਦ ਦੀ ਸ਼ਿਕਸਤ ਦਿੱਤੀ ਹੈ ਯਾਰ, ਉਹਨਾਂ ਕੋ ਡਾਕਟਰ ਇਸਰਾਰ ਕੋ ਪੁੱਛ ਲਓ ਨਾ। ਲੇਕਰਾਂ ਨੂੰ ਸ਼ਿਕਸਤ ਦਿੱਤੀ ਮਿਰਜ਼ਾ ਸਾਹਿਬ। ਮਿਰਜ਼ਾ ਸਾਹਿਬ ਕਿਹਨੂੰ ਸ਼ਿਕਸਤ ਦਿੱਤੀ ਉਹਦਾ ਨਾਮ ਦੱਸੋ ਜਿਹਨੂੰ ਲਾਲਵਾਰ। ਅੱਛਾ ਫਿਰ ਹੋਰ ਸੁਣੋ ਇਹਨਾਂ ਦੇ ਜਿਹੜੇ ਚੋਟੀ ਦੇ ਮੌਲਵੀ ਨੇ, ਮੈਂ ਕਸਮ ਖਾ ਕੇ ਕਹਿ ਸਕਣਾ ਵਾ ਕਿ ਉਹਨਾਂ ਨੇ ਇੰਨੀ ਕੁ ਮੁਖਾਲਫਤ ਕੀਤੀ, ਇੰਨੀ ਅਹਿਮਦੀਆਂ ਦੀ ਮੁਖਾਲਫਤ ਕੀਤੀ ਮਿਰਜ਼ਾ ਸਾਹਿਬ ਦੀ, ਕਿ ਇੱਕ ਦੌਰ ਐਸਾ ਆਇਆ ਕਿ ਉਹਨਾਂ ਦੇ ਮੂੰਹ ਚੋਂ ਜ਼ਰੂਰ ਤਾਰੀਫ ਨਿਕਲੀ। ਮਨਜ਼ੂਰ ਚਨਿਓਟਦਾ ਰਹਿਣ ਵਾਲਾ, ਮੈਂ ਉਹਦੇ ਖੁਦ ਜਲਸਿਆਂ ਜਾਂਦਾ ਰਿਹਾ, ਉਹ ਮਜਬੂਰ ਹੋ ਗਿਆ ਕਹਿੰਦੇ ਕਿ ਮਿਰਜ਼ਾ ਸਾਹਿਬ ਦੀ ਤਬਲੀਗ ਪੂਰੀ ਦੁਨੀਆ 'ਚ ਫੈਲ ਗਈ, ਅਸੀਂ ਇੱਥੇ ਕੀ ਕਰਨ ਡੇ, ਆਲੂ ਵੇਚਣ ਡੇ। ਅੱਛਾ ਇਹ ਚੈੱਕ ਕਰ ਲੈਣੇ, ਚਲੋ ਇਹ ਚੈੱਕ ਕਰ ਲੈਣੇ। ਅੱਛਾ ਮਨਜ਼ੂਰ ਚਨਿਓਟੀ ਸਾਹਿਬ ਨੇ ਕਿਹਾ ਕਿ ਕਾਦੀਆਨੀ ਜਿਹੜੇ ਨੇ ਪੂਰੀ ਦੁਨੀਆ 'ਚ ਫੈਲ ਗਏ ਨੇ। ਹੁਣ ਨਹੀਂ, ਹੁਣ ਮੇਰੀ ਪੂਰੀ ਗੱਲ ਤੇ ਨਹੀਂ ਹੋਈ, ਮੇਰੀ ਪੂਰੀ ਗੱਲ ਤੇ ਨਹੀਂ ਹੋਈ, ਮੇਰੀ ਪੂਰੀ ਗੱਲ ਹੋਈ ਹੈ। ਨਹੀਂ ਮੈਂ ਚੈੱਕ ਕੀ, ਮੇਰੀ ਪੂਰੀ ਗੱਲ ਹੋਈ, ਮੇਰੀ ਪੂਰੀ ਗੱਲ ਹੋਈ ਹੈ। ਪੂਰੀ ਗੱਲ ਮੈਂ ਇਹ ਦੁਬਾਰਾ ਸੁਣ ਲੈਣਾ ਮੇਰੀ ਪੂਰੀ ਗੱਲ। 260 ਬੰਦੇ ਨੇ 260 ਮੁਲਕਾਂ ਯਾਰ ਪੂਰੀ ਗੱਲ ਤੇ ਆਮਨ ਨਜ਼ੀਰ ਸਾਹਿਬ ਤੁਸੀਂ 2016 'ਚ ਇਸ ਤਰ੍ਹਾਂ ਨਹੀਂ ਕਰ ਦਿੰਦੇ ਜਿਹੜਾ ਹੁਣ ਕਰਦੇ ਪਏ, ਗੱਲ ਨਹੀਂ ਸੁਣਦੇ ਪੂਰੀ। ਮੈਂ ਕਹਿ ਰਿਹਾ ਵਾਂ, ਤੁਸੀਂ ਕਿਹਾ ਮੈਂ ਮਨਜ਼ੂਰ ਚਨਿਓਟੀ ਨੂੰ ਲਾ ਦਾਂ, ਮੈਂ ਤੇ ਮੰਨਦਾ ਪਿਆ ਵਾਂ ਕਿ ਉਹਨਾਂ ਦੀਆਂ ਹਜ਼ਾਰਾਂ ਤਕਰੀਰਾਂ ਨੇ ਜਿਹੜੀਆਂ ਸਾਡੇ ਖਿਲਾਫ ਨੇ, ਉਹ ਤੁਸੀਂ ਲਾ ਦੋਗੇ, ਲੇਕਿਨ ਕੋਈ ਐਸੀ ਤਕਰੀਰ ਜਿਹਦੇ ਵਿੱਚ ਉਹਨਾਂ ਨੇ ਇਤਰਾਫ ਕਰ ਲਿਆ, ਮੈਂ ਉਹ ਗੱਲ ਕਰਦਾ ਪਿਆ। ਬਾਕੀ ਤੁਸੀਂ ਲਾ ਦੋਗੇ ਤਕਰੀਰਾਂ ਉਹਨਾਂ ਦੀ ਖਿਲਾਫ ਜਿਹੜੀਆਂ। ਕਿਹੜੀ ਗੱਲ ਦਾ ਇਤਰਾਫ ਕੀਤਾ? ਯਾਰ ਮੈਂ ਹੁਣੇ ਤਾਂ ਤੁਹਾਨੂੰ ਦੱਸਿਆ ਵਾ
उन्हें दसिया रिकॉर्डिंग सुन लो। एक में वो कर रहे हैं एतराफ, वो मिल गई है मुझे। की तरफ कर रहे हैं, दसो से ना। यही कर रहे हैं कि मिर्जा साहब की, मैं अभी सुना देता हूँ, आप सुन लें। तो जुबानी सुनाओ, जुबानी अपने नहीं देखिया ना, मैं जेडी गल की मैं तो कह रहा राहिल साहब बात ठीक कर रहे हैं। आमिर भाई 1 मिनट के लिए सिर्फ माइक म्यूट कर ले, अगर सिर्फ 30 सेकंड बिल्कुल वो तकरीर ला देगा जेडी खिलाफ आ। ਮੈਨੂੰ ਕਹਿੰਦੇ ਵੀ मैं तो मान लिया। नहीं एक में देखो तो टाइम लेता सी तानु मौत का दिसा ना 30 तानु सेकंड दिता हूं तुसी भी सुन लो प्लीज। कोई मौका नहीं रहील साहब मतलब ਤੁਹਾਡੀ ਪੂਰੀ ਗੱਲ ਸੁਣਨੀ ਹੁਣ ਤੁਸੀਂ ਸੁਣ ਲਓ। 30 सेकंड का मौका दे दो। 30 दादा नहीं हैगा विचो एमपी है ਸਾਹਿਬ ਨੂੰ ਮੌਕਾ ਦੇ ਦਿਓ। ਹੁਣ ਦੇਖ ਲਓ 30 सेकंड मांगे आपसे। ਗੁਸਤਾਖ ਹੋ ਗਏ ਨੇ, ਆਪਣੇ ਪੀਰ ਨੂੰ ਕਹਿੰਦੇ ਪਏ ਨੇ ਮਾਈਕ ਮਿਊਟ ਕਰ ਲੈ। ਆਮਨ ਨਜ਼ੀਰ ਸਾਹਿਬ ਪਹਿਲੇ, ਆਮਨ ਨਜ਼ੀਰ ਸਾਹਿਬ 2016 ਦੇ ਵਿੱਚ ਬੜੀ ਤਕਵਾ ਤੇ ਗੱਲ ਕਰਦੇ ਸੀ, ਲੇਕਿਨ ਉਹਨੂੰ ਮੰਨ ਜਾਂਦੇ ਨੇ, लेकिन झूठ बोल राहिल भाई 30 सेकंड के लिए 30 सेकंड के लिए। इस्लाम में ये है कि अगर आपको आप पे जितना जुल्म होता है उतना जुल्म आप कर सकते हैं और माफ कर दें तो बहुत अच्छी बात है। इस्लाम में नहीं। मैं खुद एक मुरब्बी का बेटा हूँ। मुझे बताएं कि मसीह मऊद एक वाकया आपने अपनी ताइफ का सुना दिया, क्या हजारों वाकया दूसरे नहीं कि जहाँ पे साहब अकरम ने गुस्सा किया। मुझे ये बताएं कि हजरत इस जमाने का देख लें, हजरत मसीह इस्लाम को भरे हुए बॉक्स आपके गालियों के खतूत आते हाँ, तो उनके मुकाबले में हजरत मसीह मौद ने नहीं उनको गालियां दी कई मौके के ऊपर। ਉਹ ਤੇਰੇ ਮਰ ਜਾਣ ਜਮਨ ਜਨਾਨ ਵਾਲੇ। ओ मेरे खुदाया ओ गाली बाज वाला नबी ने लोਕਾਂ ਨੂੰ ਆਸਾਨ ਗਾਲੀ ਬਾਜ਼। ਅੱਛਾ ਤੁਹਾਡੇ ਮਸੀਹ ਮੌਦ ਵੀ ਗਾਲੀ ਬਾਜ਼ ਸਨ ਰੇਲ ਸਾਹਿਬ? ਇਹ ਤਾਂ ਕੱਚੇ ਤੇ ਲੈ ਗਈ। और नहीं मलक कैसे साहब तो विचो एमपी ने उतो मुसलमान ने। अच्छा ਤੁਹਾਡੇ ਮਸੀਹ ਮੌਦ ਨੇ ਵੀ ਲੋਕਾਂ ਨੂੰ ਗਾਲਾਂ ਕੱਢੀਆਂ ਰੇਲ ਭਾਈ? अच्छा आमिर भाई अगर असूल अगर यही है कि उलमा ने उन्हें तारीफ की है कि मिर्जा गुलाम अहमद कादियानी ने आख्या है कि मोहम्मद हुसैन बटालवी साहब आप तो कुरान और हदीस का इल्म रखते हैं और आपके मुकाबले में मैं जाहिल हूँ। जाहिल तो फिर इस असूल के मुताबिक मान देखो ਸਾਡੇ ਕਿਤਨੇ ਅੱਛੇ ਉਲਮਾ ਨੇ ਤਾਰੀਫ ਕਰਦੇ ਨੇ ਤੇ ਇਹ ਗਾਲਾਂ ਕੱਢਦੇ ਨੇ, ਇਹ ਦੇਖੋ। ਅੱਛਾ ਇਹ ਮਿਰਜ਼ਾ ਸਾਹਿਬ ਨੇ ਵੀ ਗਾਲਾਂ ਕੱਢੀਆਂ ਰੇਲ ਸਾਹਿਬ? ਬਾਕੀ ਬੰਦੇ ਚੁੱਪ ਕਰੋ। ਰੇਲ ਸਾਹਿਬ ਆਪ ਮਸੀਹ ਮੌਦ ਨੇ ਵੀ ਗਾਲੀਆਂ ਦੀਆਂ ਲੋਕਾਂ को? ਹੁਣ ਨਾ ਮਾਈਕ ਆਨ ਹੋਇਆ। ਮਾਈਕ ਪੁੱਟੋ ਰੇਲ ਸਾਹਿਬ। ਕਰੋ ਗੱਲ ਸੁਣ ਲਓ। ਹੁਣ 6-7 ਤੁਸੀਂ 6 ਸਰਕਾਰੀ ਮੁਸਲਮਾਨ ਬੈਠੇ ਹੋਏ ਪੰਜ। ਨਹੀਂ ਮਿਰਜ਼ਾ ਸਾਹਿਬ ਕਿਹਨੂੰ ਗਾਲਾਂ ਕੱਢੀਆਂ ਨੇ ਅੱਜ ਦੱਸੋ? ਕਿਹਨੂੰ ਗਾਲਾਂ ਕੱਢੀਆਂ ਮਿਰਜ਼ਾ ਸਾਹਿਬ? ਮੇਰੀ ਹੁਣ ਜਵਾਬ ਸੁਣੋ ਨਾ, ਜਵਾਬ ਸੁਣੋ, ਅਗਰ ਹਿੰਮਤ ਹੈ ਤਾਂ ਜਵਾਬ ਸੁਣੋ। ਦੇਖੋ ਇਸਲਾਮੀ ਤਾਲੀਮ ਤੁਸੀਂ ਬਿਆਨ ਕਰਦੇ ਹੋ ਕਿ ਜਿੰਨਾ ਜ਼ੁਲਮ ਹੁੰਦਾ ਤੁਸੀਂ ਉਹਨਾਂ ਦਾ ਜਵਾਬ ਦੇ ਸਕਦੇ ਹੋ, ਮਾਫ ਕਰ ਦਿਓ। ਬੜੀ ਅੱਛੀ ਗੱਲ ਹੈ। ਜ਼ੁਲਮ ਕੀਤਾ ਨੇ, ਕਿੰਨਾ ਕੀਤਾ? ਹਾਂ ਅਗਰ ਕਿਸੇ ਨੇ ਮੈਨੂੰ ਕੋਈ ਮਤਲਬ ਬੁਰਾਈ ਦੀ ਗੱਲ ਕੀਤੀ ਹੈ ਮਿਰਜ਼ਾ ਮੈਂ ਸਾਹਿਬ ਵੀ ਨੇ ਮੈਂ ਵੀ ਉਹਨਾਂ ਸਿਲਾ ਨੂੰ ਵਾਪਸ ਕਰ ਦਾਂਗਾ। ਗੱਲ ਖਤਮ। ਕਿੰਨੀਆਂ ਗਾਲਾਂ ਕੱਢੀਆਂ ਮਿਰਜ਼ਾ ਸਾਹਿਬ ਨੇ? ਕਿਹਨੂੰ ਕੱਢੀਆਂ? ਮੈਂ ਇੱਥੇ ਆਇਆ ਸੀ ਤੁਹਾਡੀਆਂ ਸ਼ਿਕਸਤਾਂ ਗਿਣਾਉਣ ਵਾਸਤੇ, ਉਹ ਤੁਸੀਂ ਮੰਨ ਗਏ। ਮੈਂ ਜਿਹੜੀ ਗੱਲ ਪੇ ਪੁੱਛਣਾ ਰੇਲ ਸਾਹਿਬ ਹੋਏ ਵੇ ਕਿ ਮਿਰਜ਼ਾ ਸਾਹਿਬ ਦੇ ਬਾਰੇ ਤੁਸੀਂ ਫਰਮਾ ਰਹੇ ਹੋ ਕਿ ਤੁਹਾਡੇ ਮਸੀਹ ਮਊਦ ਨੇ ਵੀ ਲੋਕਾਂ ਨੂੰ ਗਾਲਾਂ ਕੱਢੀਆਂ ਨੇ। ਕਿਹਨੂੰ ਗਾਲਾਂ ਕੱਢੀਆਂ ਮਿਰਜ਼ਾ ਸਾਹਿਬ ਨੇ? ਮੈਂ ਗਾਲਾਂ ਜਿਹੜੀ ਤੁਸੀਂ ਗਾਲ ਕੱਢੋਗੇ ਉਹਦਾ ਗਾਲ ਦਾ ਜਵਾਬ ਹੋਏਗਾ। ਗੱਲ ਖਤਮ। ਮੈਂ ਕਹਿ ਰਿਹਾ ਕਿਸ ਤਰ੍ਹਾਂ ਮਸਲਨ ਮੈਂ ਤੁਹਾਨੂੰ ਮਾਂ ਦੀ ਗਾਲ ਕੱਢਣਾ, ਤੁਸੀਂ ਮੰਨੋ ਮੈਂ ਤੁਹਾਨੂੰ ਉਸ ਤਰ੍ਹਾਂ ਵਾਪਸ ਕਰ ਦਾਂਗਾ ਕਿ ਤੁਹਾਨੂੰ ਇਸਲਾਮ ਚ ਉਹੀ ਗੱਲ ਹੀ ਤੁਹਾਨੂੰ ਵਾਪਸ ਹੋ ਜਾਏਗੀ। ਮਿਰਜ਼ਾ ਸਾਹਿਬ ਵੀ ਇੰਜ ਕਰਦੇ ਸਨ? ਹਾਂ ਤੇ ਬਿਲਕੁਲ ਇੰਜ ਕਰਦੇ ਸੀ, ਉਸ ਤਰ੍ਹਾਂ ਵਾਪਸ ਕਰ ਦਿੰਦੇ ਸੀ। ਵਾਪਸ ਕਰ ਦਿੰਦੇ ਸਨ। ਅੱਛਾ ਉਹ ਜਿਹੜਾ ਤੁਹਾਨੂੰ ਇੱਕ ਮਿੰਟ ਸਬਰ ਕਰੋ, ਕੰਮ ਸਬਰ ਕਰ ਲਓ, ਸਬਰ ਕਰ ਲਓ। ਪੂਰੀ ਨਾਸਰ ਮੁਰੱਬੀ ਸਾਹਿਬ ਕਹਿ ਰਹੇ ਸਨ ਕਿ ਮਿਰਜ਼ਾ ਸਾਹਿਬ ਨੂੰ ਖੱਤ ਆਉਂਦੇ ਸਨ, ਬਰੰਗ ਖੱਤ ਤੇ ਵਿੱਚ ਗਾਲਾਂ ਲਿਖੀਆਂ ਹੁੰਦੀਆਂ ਸਨ, ਤੇ ਮਿਰਜ਼ਾ ਸਾਹਿਬ ਵੀ ਬਰੰਗ ਖੱਤ ਪਾਉਂਦੇ ਸਨ ਗਾਲਾਂ ਕੱਢ ਕੇ ਵਿੱਚ। ਮਿਰਜ਼ਾ ਸਾਹਿਬ ਹਮੇਸ਼ਾ ਸਬਰ ਕਰਦੇ ਸੀ, ਠੀਕ ਹੈ। ਗਾਲਾਂ ਨਹੀਂ ਸੀ ਕੱਢਦੇ? ਸਬਰ ਕਰਦੇ ਸੀ, ਲੇਕਿਨ ਹੁਣ ਯਾਰ ਗਾਲਾਂ ਨਹੀਂ ਸੀ ਕੱਢਦੇ ਯਾਰ। ਕੀ ਅਮਨ ਨਜ਼ੀਰ ਪਹਿਲਾਂ ਤੀਸਰਾ ਤੁਸੀਂ ਹਰਕਤ ਕਰਦਾ ਹੁੰਦਾ, ਗੱਲ ਨਹੀਂ ਸੀ ਸੁਣਦਾ। ਨਹੀਂ ਮਿਰਜ਼ਾ ਸਾਹਿਬ ਵੀ ਤਾਂ ਗਾਲਾਂ ਤੁਸੀਂ ਆਪ ਗਾਲਾਂ ਕੱਢਦੇ ਸੀ। ਗੱਲ ਸੁਣ, ਮੈਂ ਆਇਆ ਸੀ ਡਾਕਟਰ ਰਿਕਾਰਡਿੰਗ ਸੁਣ ਲਓ ਜੀ, ਮੈਂ ਡਾਕਟਰ ਸਰਾਰ ਦਾ ਕਰਨ ਆਇਆ ਸੀ। ਗਾਲਾਂ ਦਾ ਫੈਸਲਾ ਕਰ ਐਵੇਂ ਗੱਲ ਛੱਡਦਾ ਸੀ। ਇੱਕ ਗੱਲ ਕਿਉਂ ਖਤਮ ਹੋ ਜਾਏ? ਸੁਣੀ ਹੈ ਜਿਹੜੀ ਮੈਂ ਸੁਣੀ, ਮੇਰੇ ਤੇ ਕੰਨਾਂ ਦੇ ਪਰਦੇ ਸਾਹ ਕਰਦੇ ਨੇ। ਇਹ ਮੰਨ ਗਏ ਨੇ ਕਿ ਡਾਕਟਰ ਸਰਾਰ ਨੇ ਤਾਰੀਫ ਕੀਤੀ, ਬਸ ਮੈਂ ਇਹੀ ਗੱਲ ਕਰਨਾ ਆਇਆ ਸੀ। ਡਾਕਟਰ ਸਰਾਰ ਨੇ ਤਾਰੀਫ ਕੀਤੀ, ਮੰਨ ਗਏ। ਇਹ ਤੁਹਾਡੀ ਆਵਾਜ਼ ਹੈ ਕਿ ਫਰੈਂਜ਼ਿਕ ਕਰਾਉਣ ਦੀ ਜ਼ਰੂਰਤ ਹੈ? ਹੈਲੋ ਹੁਣ ਗੈਰ ਜਾਣਬਦਾਰ ਸੁਣ ਲੈ, ਗੱਲ ਸੁਣੋ ਨਾ, ਇਹ ਤੁਹਾਡੀ ਆਵਾਜ਼ ਹੈ ਕਿ ਫਰੈਂਜ਼ਿਕ ਕਰਾਉਣਾ ਇਹਦਾ? ਗੈਰ ਜਾਣਬਦਾਰ ਸੁਣ ਲੈਣ ਲੋਕ। ਰੇਲ ਸਾਹਿਬ ਇਹ ਆਵਾਜ਼ ਤੁਹਾਡੀ ਸੀ, ਗੱਲ ਤੇ ਸੁਣੋ ਨਾ, ਆਵਾਜ਼ ਤੁਹਾਡੀ ਸੀ ਜਿਹੜੀ ਮਲਕ ਕੈਸਰ ਸਾਹਿਬ ਸੁਣਾਈ? ਨਹੀਂ ਫੇਕ ਆਵਾਜ਼ ਸੀ ਫਰੈਂਜ਼ਿਕ ਨਜ਼ੀਰ ਸਾਹਿਬ, ਇਹ ਫਰੈਂਜ਼ਿਕ ਕਰਾ ਲਈ ਇਹਦਾ। ਹਾਂਜੀ ਅਮਨ ਨਜ਼ੀਰ ਸਾਹਿਬ ਮੈਂ ਉਹ ਬੰਦਾ ਨਹੀਂ। ਤੁਹਾਡੇ ਵਾਸਤੇ ਮੈਸੇਜ ਆਇਆ ਖਾਲਿਦ ਸਾਹਿਬ ਦਾ ਕਿ ਰਈਸ ਸਾਹਿਬ मैं रिकॉर्डिंग कर रहा हूँ।
हाँ मिर्जा साहब ने किन्नू गालां कढ़ियां ने? अज दस छड़ो, मेरा टाइम खत्म हो जाएगा। देख ले लो जी, मैं इत्थे आया सी, रिकॉर्डिंग सुन लो। बॉक्स आपके गालियों के खतूत आते हाँ, तो उनके मुकाबले में हज़रत मसीह मौद ने नहीं उनको गालियां दी कई मौके। गाली हुन आमन नज़ीर साहब दा हालांकि दूसरियां टिकटॉक ते आमन नज़ीर साहब दा बुरा हाल कीता होया, मैं उस तरह नहीं करांगा, मैं नहीं उस तरह करांगा। साहब ने भी गालां कढ़ियां ने। इन्हां दा हाल है अच्छा मैं तो दसना किन्नू गालां कढ़ियां? चलो मैं दसना जी, मैं दसना तो गालां किन्नू कढ़ियां। इन्हां दे चोटी दे आलम, इन्हां दे चोटी दे आलम तारीफ करन तो तारीफ करदे ने मिर्जा साहब, चोटी दे आलम नूं मिर्जा साहब ने गालां कढ़ियां ने। सुनो मैं दसना, अब्दुल जब्बार गजनवी नूं गालां कढ़ियां ने, मोहम्मद हुसैन बटालवी नूं गालां कढ़ियां ने, मिर्जा साहब सूफी अब्दुल हक गजनवी नूं गालां कढ़ियां, किसे नूं गाल नहीं मौलाना कढ़ी, सनाउल्लाह अमृतसरी नूं पता क्या क्या, मौलाना सनाउल्लाह अमृतसरी नूं आख्या कुत्ते की तरह वहू वहू करता है। अच्छा मौलाना सनाउल्लाह अमृतसरी के बारे जाज़े अहमदी मिर्जा साहब ने लिखा है कुत्ते की तरह वहू वहू करता है। जमाना कुत्ते की तरह उसके पीछे लग जाता है, कुत्ते की तरह वहू 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 करता है, ये भी लिखा है मिर्जा साहब। अच्छा गल सुनो, अच्छा ये दसो बड़ा अच्छा कीता जे, अच्छा अच्छा कीता, दोबारा मैं दसना जाज़े अहमदी हां मिर्जा साहब फरमाते हैं कि 1000 पेश गोइयां करन लगा ना, सुनो माइक म्यूट करना, मैं करन लगा वो दोबारा करो, नहीं वो सुनया नहीं सही तरह, कोई करन लगा ना, सुनो तो सही ना, करन तो दियो ना। मिर्जा साहब फरमाते हैं जाज़े अहमदी में कि 1000 पेश गोइयां सही होते नहीं देखता, कुत्ते की तरह वहू 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 करता है। मजा आया? नहीं पहले वो होर सी हुण होर टेस्ट करो इन्हां दा। अच्छा गल सुनो रहील साहब, मैं तो मैं एक आखिरी गल करके फिर बस रिकॉर्डिंग बंद कराने बाबर भाई को। गल सुनो, मिर्जा साहब ने गालां कढ़ियां ओनू की नाम सी उन्हां दा जिन्हों इब्ने हिंदू ज़्यादा कहंदे सी, ਉਹ ਜਿਹਨੂੰ ਇਬਨ ਅਲ ਬਗਾ ਵੀ ਲਿਖਿਆ ਯਾਰ, ਸਾਦੁੱਲਾ ਲੁਧਿਆਣਵੀ ਨੂੰ। ਮਿਰਜ਼ਾ ਸਾਹਿਬ ਨੇ 3 ਸਫੇ ਗਾਲਾਂ ਦੇ ਕੱਢ ਕੇ ਗਾਲਾਂ ਸਾਦੁੱਲਾ ਲੁਧਿਆਣਵੀ ਨੂੰ। चौथे सफ़े पे मिर्जा साहब ने फरमाया अगर शरीयत मेरे रस्ते में माने ना होती, यानी रुकावट ना होती, अगर शरीयत रुकावट ना डालती मैं तुझे गालियों से फना कर देता। मिर्जा साहब गालियां देते थे, वाकई मिर्जा साहब गालियां देते थे और कहते थे कि अगर शरीयत रुकावट ना डालती सादुल्ला लुधियानी मैं तुझे गालियों से फना कर देता। आमन नज़ीर साहब गल सुनो ना, गल सुनो ना, तुसी पूरी गल कीती हो जांदा है यार, गल ते सुन लो हुन तुसी अपनी गल कीती, भी बंदा फना हो जांदा है यार। गैरतमंद आदमी ते गालां नाल फना हो जांदा है। तुसी कहंदे हो कि मैं हुन जाना, मैं भी जाना, मेरे देखो मेरी गल सुन लो मुख्तसर गल है कि जी मैं इत्थे आया सी साबित करने वास्ते कि डॉक्टर इस्राफ ने तारीफ कीती और मान ले। डॉक्टर इस्राफ ने साबित मैं ये करन आया सी, डॉक्टर साहब ने की किया ते साबित तुसा ये कर दिता। मिर्जा साहब गाली बात डॉक्टर इस्राफ दी तारीफ साबित हो गई, डॉक्टर इस्राफ दी तारीफ हो गई। साहब एक बारी फिर आवे जरा ऑडियो सुनो, जरा सुनो, म्यूट लाओ। मन्ना नहीं करती इन्नी की बेइज्जती। सुनो 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 मलक कैसर साहब सुनो, एक मिनट। नीफ क्रैशी दी वो झूठ बोलता, वो भी सुनाने बाद सुनाने पहले फिर वही बात, आप जुल्म आप कर सकते हैं और माफ कर दें तो बहुत अच्छी बात है। इस्लाम में नहीं, मैं खुद एक मुरब्बी का बेटा हूँ और चले गए कि मसीह मऊद वाकया आपने अपनी ताइफ का सुना दिया कि हजारों वाकया दूसरे नहीं जहाँ पे साहब अकरम ने गुस्सा किया। मुझे ये बताएं कि हजरत इस जमाने का देख लें, हजरत मसीह इस्लाम को भरे हुए बॉक्स आपके गालियों के खतूत आते थे, तो उनके मुकाबले में हजरत मसीह मौद ने नहीं उनको गालियां दी कई मौके के ऊपर। कहाँ गालियां दी? तेरा कख ना रवे, तेरा कख ना रवे, मसीह मौद ने मते गाला ओ सचिया तेरा कख ना रवे सचिया। मसीह मौद ने भी गालां कढ़ियां सी। इस गल ते पर्दा पाई आंदे ने इन्ने चिर दा,
ਸਾਰੇ ਅਹਿਮਦੀ ਪਰਦਾ ਪੇ ਪਾਉਂਦੇ ਨੇ ਕਿ ਮਿਰਜ਼ਾ ਸਾਹਿਬ ਨੇ ਕਿਸੇ ਨੂੰ ਗਾਲ ਨਹੀਂ ਕੱਢੀ ਤੇ ਇਹ ਵੇਖੋ ਇਹ ਆਪਣਾ ਅਕਬਰ ਖਾਨ ਸਾਹਿਬ ਇਹਨੂੰ ਕਹਿੰਦੇ ਜੇ ਹੋਏ ਤੁਮ ਦੋਸਤ ਜਿਸਕੇ ਦੁਸ਼ਮਨ ਉਸਕਾ ਆਸਮਾਨ ਨਹੀਂ ਮਤਲਬ ਕੈਸਰ ਸਾਹਿਬ ਨੇ ਜ਼ਿਆਦਤੀ ਕੀਤੀ ਰਹੀਲ ਸਾਹਿਬ ਦੇ ਨਾਲ। ਦੇਖੋ ਜੀ ਜ਼ਿਆਦਤੀ ਜਿਹੜਾ ਨਾ ਉਹ ਮਰਦ ਦੇ ਨਾਲ ਹੋ ਹੀ ਨਹੀਂ ਸਕਦੀ, ਮਰਦ ਦੇ ਨਾਲ ਬਦਫੇਲੀ ਹੁੰਦੀ ਹੈ। ਜ਼ਿਆਦਤੀ ਕਿਉਂ ਨਹੀਂ ਹੁੰਦੀ ਜ਼ਿਆਦਤੀ? ਇਹਨਾਂ ਨੂੰ ਨਾ ਅਕਬਰ ਖਾਨ ਹੋਇਆ ਜੀ ਗੱਲ ਨਾ ਸੁਣਾਓ, ਪੁੱਠੀਆਂ ਗੱਲਾਂ ਨਾ ਕਰੋ ਇਹਨਾਂ ਨਾਲ। ਤੁਸੀਂ ਆਪਣਾ WhatsApp ਚੈੱਕ ਕਰੋ, ਜ਼ਿਆਦਤੀ ਹੋਈ ਹੈ ਕਿ ਨਹੀਂ? ਅੱਜ ਨਾ ਕਰੋ ਯਾਰ ਤੁਸੀਂ ਜਿਹੜਾ ਨਾ ਕਢਾਉਣਾ ਖਰੀਦ ਲਿੱਤਾ ਸਾਡੇ ਕੋਲੋਂ। ਅਵੇ ਮੈਨੂੰ ਇੰਨੀ ਨੀਂਦਰ ਆਈ ਸੀ, ਮੈਂ ਸੌਣ ਲੱਗਾ ਸਾਂ ਤੇ ਨੀਂਦਰ ਪੱਟ ਦਿੱਤੀ ਰਹੀਲ ਸਾਹਿਬ ਦੀ ਵੀਡੀਓ। अस्सलाम वालेकुम। वालेकुम अस्सलाम। आमिर भाई वीडियो ते गौर करो, जिसले ने अपना तलक शो कराया ना मुरब्बी साहब नो, मुरब्बी साहब भी मान गए ने हौली हौली कि थोड़ियां बहुत ही कड़ियां ने। नहीं इन्हें अपना तारफ कराया, रहील साहब ने कहा मैं भी मुरब्बी का बेटा वा, मैं कोई जाहिल ते पढ़ नहीं है। उन्हें अपना तारफ कराया कि मैं सदर भी रहा, फलान भी रहा, ते वो मुरब्बी भी डर गया, थोड़ी कड़ियां ने। वो मान गया, उन्हें क्या हुक्मियां ने मेरे नहीं। अज उन्होंने और वजाहत की है ना, अज उन्होंने अपना रहील साहब ने दसिया कि मिर्जा साहब ਉਂਝ ਹੀ ਵਾਪਸ ਲੁਟਾ ਦਿੰਦੇ ਸਨ। ਮਿਰਜ਼ਾ ਸਾਹਿਬ ਨੂੰ ਝੋਲਾ ਭਰ ਕੇ ਖੱਤਾਂ ਦਾ ਆਉਂਦਾ ਸੀ, ਬਰੰਗ ਖੱਤ ਵਿੱਚ ਗਾਲਾਂ ਹੁੰਦੀਆਂ ਸੀ, ਉਹ ਝੋਲਾ ਭਰ ਕੇ ਮਿਰਜ਼ਾ ਸਾਹਿਬ ਬਰੰਗ ਖੱਤ ਲੋਕਾਂ ਨੂੰ ਵਾਪਸ ਪਾਉਂਦੇ ਸੀ, ਉਹਨਾਂ 'ਚ ਗਾਲਾਂ ਲਿਖ ਕੇ ਘੱਲਦੇ ਸੀ ਉਹਨਾਂ ਨੂੰ। ਅਬਦੁਲ ਜਬਾਰ ਗਜ਼ਨਵੀ ਨੂੰ, ਲੇਖ ਰਾਮ ਨੂੰ, ਸੂਫੀ ਅਬਦੁੱਲਾ ਗਜ਼ਨਵੀ ਨੂੰ, ਸ਼ੇਖ ਬਟਾਲਵੀ ਨੂੰ, ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੂੰ, ਪੀਰ ਮੇਹਰ ਅਲੀ ਸ਼ਾਹ ਨੂੰ। ਪੀਰ ਮੇਹਰ ਅਲੀ ਸ਼ਾਹ ਦੇ ਬਾਰੇ ਤੇ ਮਿਰਜ਼ਾ ਸਾਹਿਬ ਨੇ ਲਿਖਿਆ ਨਾ, ਉਹ ਗੋਲੜੇ ਕੀ ਸਰ ਜ਼ਮੀਨ ਪਰ ਲਾਨਤ, वो गोलड़े पर लानत, गोलड़े की सरजमीन ही लानत वाली हो गई है। तोबा तोबा तोबा, बड़ियां गालां कढ़ियां पीर मेहर अली शाह ते सूफी अब्दुल्ला गजनवी ने बड़ा गालां कढ़ियां। फिर सादुल्ला लुधियानवी तो मिर्जा साहब ने आख्या कि अगर शरीयत मेरे रस्ते च रुकावट ना होंदी तो मैं गालियों से तुझे फना कर देता। मैं क्या जड़ियां 300 कढ़ियां ये थोड़ियां ने जड़ियां पहला कट लियां, ये फना करना बाकी उस मस्कीन दा। ला हौला वला कुव्वता इल्ला बिल्लाह। मान गए रहील साहब आज मान जी जी। सैयद जाज नकवी साहब बोलो जी। अस्सलाम वालेकुम भाईजान। वालेकुम सलाम भाईजान। अच्छा भाईजान, मिर्जा जेलमी दे बारे ਤੁਹਾਡਾ ਕੀ ਖਿਆਲ ਹੈ? मिर्जा जेलमी गुमराह है भाईजान। अच्छा ते दूसरे नीफ कुरैशी साहब? नीफ कुरैशी साहब उंज दे नहीं हैं, ਉਹ ਨਹੀਂ ਸਾਹਿਬਾਂ ਦੇ ਬਾਰੇ ਕੋਈ ਲਗਵ ਗੱਲਾਂ ਕਰਦੇ। सही हो गया भाईजान। ते जेड़े डॉक्टर जाकिर नायक साहब ने, जाकिर नायक साहब भी नहीं करते साहबा दी गालां कढ़दे हन। जेड़ा बंदा साहबा दी अदालत लांदा है, कहंदा है फलाने साहबी दी ए गलती, फलाने साहबी ने ओ गलत कीता, फलाने साहबी ने ए, उन्हां नूं बुरा भला कहंदा है। अल्लाह दे नबी ने फरमाया है कि मेरे साहबा नूं बुरा भला ना कहियो। अल्लाह दे नबी ने फरमाया है अल्लाह अल्लाह फी असहाबी, अल्लाह अल्लाह फी असहाबी। साहबा कहते 3 बारी नबी पाक ने फरमाया लोको मेरे साहबा दे बारे मोहतात रहो, मेरे साहबा दे तुसी ओद पहाड़ दे बराबर सोना अल्लाह दी राह च दियो ना। ते नबी पाक ने फरमाया मेरा सहाबी एक मुट्ठी जौ दे दाने सदका करे ते तुसी ओदी अजमत नूं नहीं पहुंच सकदे। उन्हां साहबा दी अदालत लाई इस गुमराह ने, जिन्हां दा तुसी ना लैंदे। मुफ्ती नीफ कुरैशी हो जाए, डॉक्टर जाकिर नायक हो जाए, ये सारे ते साहबा दे कदमां ते कुर्बान होने वाले लोग ने। इन्हां दे आपस च गलतियां इन्हां च होर हज़ारां होणगीਆਂ। ਅਸੀਂ नहीं कहंदे कि कोई पैगंबर ने, इन्हां च होर गलतियां, लेकिन साहबा नूं गुमराह, साहबा दे बारे इन्हां ने कोई नजायज़ और लगव ज़बान कदे इस्तेमाल नहीं की। नहीं असल गल है ना अंकल जी भी उन्हां दा जेलवी साहब तो वैसे किताबां दे हवाले नाल ही बोलदे ने, या कोई भी बंदा अगर बोलदा है सानू तो कोई हक हासिल नहीं ना भी असी आदे कोलों किसी साहबी दी गुस्ताखी करिए। असी कौन हुंदे हैं गुस्ताखी करन वाले? हाँ जी। असी तो जो भी इलम लिया है किताबां तो लिया है ते किताबां दे नहीं विच वो किताबां मैं तुहानूं दसना ਜਿਹੜੀਆਂ किताबां पढ़दे ने ना जेलमी साहब, वो किताबां ਇਹ 2014 च नहीं छपियां ਹਨ। वो किताबां 14 सदियां दियां छपियां ने। इमाम बुखारी ने मोता इमाम मालिक ने, मसनद अहमद इबन हंबल, इमाम अहमद इबन हंबल ने, इसी तरह इमाम शाफी ने, दीगर आइमा ने जिहड़ियां किताबां लिखियां ने ना, वो नबी अलैहिस्सलातु वस्सलाम दे फौत होने तो बाद 100-200 साल बाद, इमाम मालिक तो 80-90 हिजरी च पैदा होए ने,
100-200 ਸਾਲ ਬਾਅਦ ਉਹਨਾਂ ਕਿਤਾਬਾਂ ਲਿਖੀਆਂ ਨੇ। ਇਹਨੂੰ 2014 'ਚ ਇਹ ਕਿਤਾਬਾਂ 'ਚ ਜਿਹੜੀ ਗੱਲ ਦੱਸੀ ਏ ਅਹਿਲੇ ਸੁਨਨਤ ਵੱਲ ਜਮਾਤ ਨੂੰ 1300 ਸਾਲ 1400 ਸਾਲ 'ਚੋਂ ਗੱਲਾਂ ਨਹੀਂ ਦੱਸੀਆਂ ਜਿਹੜੀਆਂ ਕਿਤਾਬਾਂ ਦੇ ਵਿੱਚੋਂ ਨਹੀਂ ਪੜ੍ਹਦਾ, ਕਿਤਾਬਾਂ ਦੇ ਉੱਤੇ ਹਾਸ਼ੀਆ ਰਾਈ ਕਰਦਾ ਹੈ। ਨਕਵੀ ਸਾਹਿਬ ਜਿਹੜੀ ਤੁਸੀਂ ਗੱਲ ਕਿਤਾਬ ਦੇ ਵਿੱਚ ਲਿਖੀ ਏ ਉਹ ਮੇਰੇ ਅੱਗੇ ਰੱਖੋ, ਮੈਂ ਉਹਦੇ ਤੇ ਐਸਾ ਹਾਸ਼ੀਆ ਚਾੜਾਂਗਾ ਤੁਸੀਂ ਤੁਹਾਡੇ ਕੰਨਾਂ 'ਚ ਧੂੰਆਂ ਨਿਕਲ ਜਾਏਗਾ ਕਿ ਇਹ ਤੇ ਗੱਲ ਕਿਤਾਬ 'ਚ ਲਿਖੀ ਨਹੀਂ ਹੈ। ਇਹ ਫਨ ਇੱਕ ਕਿ ਤੁਸੀਂ ਇਬਾਰਤਾਂ ਦੇ ਉੱਤੇ ਆਪਣੀ ਹਾਸ਼ੀਆ ਰਾਈ ਕਰੋ, ਉਹਨਾਂ ਨਾਲ ਕਮੀ ਬੇਸ਼ੀ ਕਰਕੇ ਬਿਆਨ ਕਰੋ। ਕਿਤਾਬਾਂ ਦੇ ਉੱਥੇ ਹੀ ਨੇ, ਅੱਗੇ ਵੀ ਉੱਥੇ ਹੀ ਸਨ। ਕਦੇ ਅਹਿਲੇ ਸੁਨਨਤ ਵੱਲ ਜਮਾਤ ਦੇ ਦਰਮਿਆਨ ਇਹ ਮਸਾਇਲ ਨਹੀਂ ਪੈਦਾ ਜਿਹੜੇ ਇਹਨੇ ਪੈਦਾ ਕਰਤੇ ਨੇ। ਡਾਕਟਰ ਜ਼ਾਕਿਰ ਨਾਇਕ ਆਇਆ ਨਾ ਉੱਥੇ ਪਾਕਿਸਤਾਨ, ਉਹ ਦਿਓਬੰਦੀਆਂ ਦੇ ਗਿਆ ਕਰਾਚੀ ਮਦਰਸੇ ਵਿੱਚ, ਉਹ ਬਰੇਲਵੀਆਂ ਦੇ ਗਿਆ, ਉੱਥੇ ਸ਼ੀਆ ਆ ਕੇ ਬੈਠਾ ਸੀ ਉਹਦੇ ਸੈਂਟਰ ਦੇ ਉੱਤੇ, ਉਹਦੇ ਸਟੇਜ ਦੇ ਉੱਤੇ। ਉਹ ਇਬਤਸਾਮ ਲਾਈ ਜ਼ਹੀਰ ਕੋਲ ਕੱਲ ਜਾ ਕੇ ਬੈਠੇ ਅਸੀਂ, ਅਲਾਮਾ ਸਾਨ ਲਾਈ ਜ਼ਹੀਰ ਦੇ ਬੇਟੇ ਕੋਲ। ਇਹ ਘਰ ਬਹਿ ਕੇ ਉਹਨੂੰ ਚੰਗਾ ਮਾੜਾ ਪਿਆ ਆਖਦਾ, ਇਹਦੇ ਵੱਲ ਕਿਉਂ ਨਹੀਂ ਕਵਾਉਂਦਾ? ਕਿਉਂਕਿ ਇਹਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ। ਇਹਦੇ ਜਿਹੜੇ ਫਾਲੋਅਰ ਨੇ, ਜਿਹੜੇ ਬੱਚੇ ਨੂੰ ਫਾਲੋ ਕਰਦੇ ਨੇ, ਉਹਨਾਂ ਨੂੰ ਇਹ ਬੱਚੇ ਨੇ ਨਾ ਸਮਝ ਨਹੀਂ ਪਈ ਆਉਂਦੀ। ਇਹ ਚਸਕੋਲੀਆਂ ਗੱਲਾਂ ਸੁਣਦਿਆਂ ਮਜ਼ਾ ਬੜਾ ਆਉਂਦਾ ਹੈ, ਲੇਕਿਨ ਇਹ ਬੰਦਾ ਜਿਹੜਾ ਇਹਨਾਂ ਬੱਚਿਆਂ ਨੂੰ ਅਹਿਲ ਸੁਨਨਤ ਵੱਲ ਜਮਾਤ ਵਿੱਚੋਂ ਆਈਸੋਲੇਟ ਕਰ ਦਿੱਤਾ ਇਹਨੇ ਕਿ ਅਹਿਲ ਸੁਨਨਤ ਦੇ ਜਿੰਨੇ ਮਕਾਤਬ ਫਿਕਰ ਨੇ, ਦਿਓਬੰਦੀ ਨੇ ਜ਼ਾਕਿਰ ਨਾਇਕ ਨੂੰ ਵੈਲਕਮ ਪੇ ਕਰਦੇ ਨੇ, ਬਰੇਲਵੀ ਨੇ ਜ਼ਾਕਿਰ ਨਾਇਕ ਨੂੰ ਵੈਲਕਮ ਪੇ ਕਰਦੇ ਨੇ, ਅਹਿਲ ਤਸ਼ੀਹ ਨੇ ਜ਼ਾਕਿਰ ਨਾਇਕ ਨੂੰ ਵੈਲਕਮ ਪੇ ਕਰਦੇ ਨੇ, ਅਹਿਲ ਹਦੀਸ ਨੇ ਜ਼ਾਕਿਰ ਨਾਇਕ ਨੂੰ। ਇਹ ਬੰਦਾ ਜੇਲਮ ਦੇ ਵਿੱਚ ਵਾਹਿਦ ਗੁਮਰਾਹ ਆਦਮੀ ਹੈ ਜਿਹੜਾ ਕੱਲਾ ਬਹਿ ਕੇ ਤਬਸਰਾ ਪਿਆ ਕਰਦਾ ਹੈ ਕਿ ਉਹ ਜ਼ਾਕਿਰ ਨਾਇਕ ਨੇ ਉਹ ਪਖਤੂਨ ਔਰਤ ਨੂੰ ਇੰਟਰਵਿਊ ਦਿੰਦੇ ਆ ਇਹ ਗਲਤੀ ਕੀਤੀ, ਫਲਾਣੇ ਇੰਟਰਵਿਊ 'ਚੋਂ ਬੱਚੀਆਂ ਨੂੰ ਇਨਾਮ ਦਿੰਦੇ ਆ ਉਹ ਗਲਤੀ ਕੀਤੀ। ਇਹ ਕਿਉਂ ਨਹੀਂ, ਇਹਦੀ ਕਿਉਂ ਨਹੀਂ ਮੁਲਾਕਾਤ ਹੁੰਦੀ ਵੀ ਜ਼ਾਕਿਰ ਨਾਇਕ ਨਾਲ? ਇਹਨੂੰ ਨੇੜੇ ਵੀ ਨਹੀਂ ਲੱਗਣ ਦਿੰਦੇ ਜ਼ਾਕਿਰ ਨਾਇਕ ਦੇ। ਕਿਉਂ? ਕਿਉਂਕਿ ਉਲਮਾਏ ਅਹਿਲੇ ਸੁਨਨਤ ਨੇ ਇਹਦੇ ਤੋਂ ਬਰਾਤ ਦਾ ਐਲਾਨ ਕਰ ਦਿੱਤਾ ਹੈ। ਇਹ ਅਹਿਲੇ ਸੁਨਨਤ ਵੱਲ ਜਮਾਤ ਦੇ ਇਜਮਾ 'ਚੋਂ ਖਾਰਜ ਹੋ ਚੁੱਕਿਆ ਹੈ ਅਮਲੀ ਤੌਰ ਤੇ। ਫਤਵਾ ਤੌਰ ਤੇ ਮੈਂ ਕਹਿ ਰਿਹਾ, ਅਮਲੀ ਤੌਰ ਤੇ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ। ਸਬੂਤ ਤੁਹਾਡੇ ਸਾਹਮਣੇ ਨੇ। ਸਾਰੇ ਉਲਮਾਏ ਅਹਿਲੇ ਸੁਨਨਤ ਆਮਦੇ ਜਾਂਦੇ ਨੇ ਵੀ ਇੱਕ ਦੂਜੇ ਦੇ। ਇਹ ਘਰ ਬੈਠੇ ਆ, ਬੱਚਿਆਂ ਨੂੰ ਅੱਗੇ ਲਭਾਇਆ ਤੇ ਮਰਾਸੀਆਂ ਪਤਾ ਕੀ ਮੇਰੇ ਨਬੀ ਸਾਹਿਬ ਹੈ ਹੀ ਕੋਈ ਨਹੀਂ, ਤੁਹਾਡੇ ਬਾਬੇ ਤੇ ਸ਼ਾਹੀ ਕੋਈ ਨਹੀਂ। ਫਿਰ ਕੈਮਰੇ ਨੂੰ ਵੇਖ ਕਹਿੰਦਾ ਠੀਕ ਹੋ ਗਿਆ, ਕਲਿੱਪ ਬਣ ਜਾਏਗਾ, ਅਪਲੋਡ ਕਰ ਦਿਓ। ਸਵੇਰੇ ਆਣਾ 2 ਲੱਖ ਬੰਦਿਆਂ ਨੇ ਮੇਰਾ ਕਲਿੱਪ ਵੇਖਿਆ। ਗੁਮਰਾਹ ਆਦਮੀ, ਇਹਦੇ ਤੋਂ ਬਚ ਜਾਓ, ਕਰੋ ਗੱਲ ਜਿਹੜੀ करनी। नहीं अंकल जी, बात दरअसल ये है जैसे आप कह रहे हैं कि किताबें 100-200 साल बाद में आई हैं या 400 साल बाद में आई हैं। अगर इसी बात पर हम आ जाएं तो वो जो है इमाम शाफी या इमाम हम्बल, इमाम मालिक, इमाम आज़म अबू हनीफ़ा, तो फिर हमें जो है ना उनकी तकलीद नहीं करनी चाहिए। जब जो हम फ़ख्र से कहते हैं कि हम हनफी हैं, वो एक बंदा पाक रसूल के तकरीबन 70-80 साल बाद पैदा हो रहा है, उसे क्या पता है कि पाक रसूल किस तरह से नमाज़ पढ़ते थे, पाक रसूल की शरीयत क्या है, उन्होंने कहाँ से इल्म लिया है जो हम उनकी तकलीद कर रहे हैं और उनके तरीक़ाकार पर अमल कर रहे हैं। ठीक, इसका जवाब ले ले। तकलीद होती है फ़रा में, अकायद में तकलीद कोई नहीं करता किसी की। ये फ़ुरूआत हैं जो फ़िक़ा में टर्मिनोलॉजीज़ है ना, यानी एक होता है जड़, अकीदा जड़ को बोलते हैं, और शाख होती है फ़रा, जो है ना आगे उसकी फ़हम और फ़रासत एक बात की, इबादात की, उनमें कोई बंदा किसी की तकलीद करता है कि इमाम अबू हनीफा रफ़ाइदैन के बगैर नमाज पढ़ते थे, बाकी 3 आइमा रफ़ाइदैन से नमाजें पढ़ते थे। सुने, बाकी 3 आइमा आमीन बिल जहर कहते थे, ये आमीन दिल में कहते थे। इनमें जो लोग इनकी तकलीद करते हैं वो दिल में आमीन कहते हैं, वो बगैर रफ़ाइदैन के नमाज पढ़ते हैं। वो जो हैं वो रफ़ाइदैन से करते हैं और आमीन ऊंची के, भाई इतना ही है इसमें तकलीद। हाँ, अगर तकलीद में जमूद का शिकार बंदा हो जाए और अकायद में बिगाड़ पैदा कर ले तो वो गलत है। इस तरह का मामला नहीं है कोई। नहीं, असल में बात ये है ना, ये जो 4 इमाम हैं, इन चारों की जो है ना नमाज का तरीका अलग अलग यार ਜਿਹੜਾ ਇਹਨੂੰ ਪਤਾ ਹੈ ਕੋਈ ਨਹੀਂ ਐਵੇਂ ਮੇਰੇ ਬਕਵਾਸ ਕੀਤੀ ਜਾਂਦਾ ਹੈ ਯਾਰ। ਉਹ ਮੈਂ ਬਿਸਮਿਲ੍ਲਾ ਕਰਾਂ ਤੁਸੀਂ ਆਵੋ ਸਹੀ ਇੱਕ ਕਰਕੇ ਇੱਕ ਕਰਕੇ ਆ ਜਾਓ। ਹੈ ਮੈਂ ਤੇਰੇ ਨਾਲ ਸਵਾਲ ਕਰਦਾ ਤੈਨੂੰ ਲੱਗ ਸੁਰ ਜਾ ਸੀ ਤੈਨੂੰ ਪਤਾ ਨਹੀਂ ਇੱਕ ਕਰਕੇ ਆਵਣਾ, ਇੱਕ ਕਰਕੇ ਉਹ ਤੇ ਟਿਕਟੌਕ ਤੇ ਵੱਡਾ ਹੋ ਗਿਆ ਇੱਕ ਕਰਕੇ ਆਵਣਾ। ਇਸ ਇੰਜੀਨੀਅਰ ਦੀ ਹੁਣ ਮੰਜੀ ਠੁੱਕਣ ਸ਼ੁਰੂ ਹੋ ਗਈ, ਤੁਹਾਡੇ ਜੋ ਕਿਸੇ ਬੰਦੇ ਦੀ ਇੱਥੇ ਪੇਸ਼ ਨਹੀਂ ਜਾਣੀ ਇਨਸ਼ਾਅੱਲਾ।
ਇੱਕ ਹੀ ਕਰਕੇ ਤੁਸੀਂ ਆਉਣਾ ਤੂੰ ਇਨਸ਼ਾਅੱਲਾ ਨਾ ਵੱਜੇ ਤੇ ਮੇਰਾ ਨਾਮ ਉਠਾਵੀਂ ਜੇ ਗੱਲ ਹੋ ਵੱਜ ਕੇ ਤੇਰੇ ਨਾਲ ਤੇ ਕਈ ਆਏ ਨੇ ਬਚਾ ਕੇ ਵੱਗੇ ਨੇ ਤੇ ਮੈਂ ਆਣਾ ਵੀ ਤੂੰ ਪਰੇਸ਼ਾਨ ਨਾ ਹੋ ਪੁੱਤ ਜੁੱਤੀਆਂ ਕੱਪੜੇ ਇੱਥੇ ਛੱਡ ਕੇ ਭੱਜ ਵੱਗੇ ਨੇ ਮੈਂ ਆਣਾ ਵੀ ਮੇਰਾ ਪੁੱਤਰ ਤੈਨੂੰ ਲੱਗ ਸੁਰ ਜਾਸੀ ਇੱਕ ਵਾਰੀ ਕਰ ਲੈ ਸਦਕੇ ਜਾਵਾਂ ਵੇਖਿਆ ਤੇਰੀ ਗੁਫ਼ਤਗੂ ਦਾ ਅੰਦਾਜ਼ ਹੀ ਦੱਸਦਾ ਪਿਆ ਕਿ ਤੂੰ ਆਲਮ ਆਦਮੀ ਆ ਗਿਆ ਇੱਕ ਵਾਰੀ ਇੰਦਰਾ ਗੱਲ ਕਰ ਲੈ ਕਿੰਨਾ ਕਿ ਤੇਰੇ ਕੋਲ ਕਿੰਨੀ ਕਿ ਤੇਰੀ ਉਮਰ ਹੈ ਤੇ ਕਿੰਨਾ ਕਿ ਤੇਰੇ ਕੋਲ ਇਲਮ ਜਿਹੜਾ ਮੈਨੂੰ ਪੁੱਤਰ ਪਿਆ ਹਨਾ ਦਾੜੀ ਚਿੱਟੀ ਵਾਲੇ ਨੂੰ ਖਲੋ ਜਾ ਤੂੰ ਖਲੋ ਜਾ ਐਡਾ ਤੂੰ ਦਾੜੀ ਚਿੱਟੀ ਲੱਗਦੇ ਰਿਹਾ ਤੈਨੂੰ ਇਹ ਤੇਰੇ ਕੋਲ ਇਲਮ ਹੀ ਨਾ ਆਵੇ ਤੇ ਤੈਨੂੰ ਦਾੜੀ ਚਿੱਟੀ ਨੂੰ ਅਸੀਂ ਬੁੰਡ ਚਲਾਣਾ ਦੀ ਝੂਠ ਜਾਈ ਆ ਕੇ ਹੈਲੋ ਇਹਨੂੰ ਲਾਓ ਥੱਲੇ ਗਏ ਤੇ ਇਹ ਬਹੁਤ ਇਹ ਤੇ ਇੰਜੀਨੀਅਰ ਦਾ ਕੋਈ ਬਹੁਤ ਗੰਦਾ ਇਹ ਗਾਲੀਬਾਜ਼ ਨੇ ਇੰਜੀਨੀਅਰ ਦੇ ਜਿਹੜੇ ਮੁੰਡੇ ਕਰਦੇ ਨੇ ਉਹਨੇ ਪੈਰੋਕਾਰ ਗਾਲੀਬਾਜ਼ ਬਹੁਤ ਗੰਦੀਆਂ ਗਾਲਾਂ ਕੱਢਦੇ ਤੂੰ ਦੀਵੇ ਤੇ ਜਾਵੇ ਤੈਨੂੰ ਸੋਹਰਾ ਕਿਸੇ ਗੱਲ ਦਾ ਐਵੇਂ ਮਾਰੀ ਜਾਣਾ ਹੈ ਇਹ ਇੰਜੀਨੀਅਰ ਦੀ ਤਾਲੀਮ ਹੈ ਅਬਦੁੱਲਾ ਭਾਈ ਬਾਤ ਸੁਨੇ ਨਹੀਂ ਇਹ ਇੰਜੀਨੀਅਰ ਤੁਹਾਨੂੰ ਇਸ ਤਰ੍ਹਾਂ ਦੀ ਤਾਲੀਮ ਦਿੱਤੀ ਕੋੜਿਓ इखलाक से गिरी गुफ्तगू नहीं करनी चाहिए ਜੋ ਇੰਜੀਨੀਅਰ ਆਪ ਕਰਦਾ ਨਾ ਇੰਜੀਨੀਅਰ ਆਪ ਉੱਥੇ ਬਹਿ ਕੇ ਜੇਲਮ ਕਰ ਜਿਹੜਾ ਸਾਹਬਾ ਦੇ ਉੱਤੇ ਐਨੀ ਲੰਮੀ ਜ਼ੁਬਾਨ ਚਲਾਉਂਦਾ ਹੈ ਇਹਨਾਂ ਨੂੰ ਆਮ ਚਿੱਟੀ ਦਾੜੀ ਵਾਲੇ ਦਾ ਕੀ ਖਿਆਲ ਹੈ ਜਿਨ੍ਹਾਂ ਨੂੰ ਨਬੀ ਦੇ ਸਾਹਬਾ ਦੇ ਬਾਰੇ ਯਾ ਨਹੀਂ ਆਇਆ ਜਿਨ੍ਹਾਂ ਸਾਹਬਾ ਦੇ ਬਾਰੇ ਕੁਰਾਨ ਚ ਆਉਂਦਾ ਹੈ ਫਾਇਨ ਆਮਨੂ ਬਿਮਿਸਲ ਮਾ ਆਮਨਤੁਮ ਬਿhi ਫਕਦ ਇਹਤਦੂ ਜਿਨ੍ਹਾਂ ਨੂੰ ਉਹਨਾਂ ਸਾਹਬਾ ਦਾ ਯਾ ਨਹੀਂ ਆਇਆ ਉਹਨਾਂ ਸਾਡੀਆਂ ਚਿੱਟੀਆਂ ਦਾੜੀਆਂ ਦਾ ਕੀ ਯਾ ਆਮਣਾ मैंने अंकल जी हमारा काफिर आया हो सकता है लेकिन इखलाक से गिरी गुफ्तगू अच्छी नहीं है इखलाक से गिरी खुद करता है ना भाईजान जी जी तुसा नहीं देखे उन्होंने इखलाक तो गिरी गुफ्तगू करते होते दूसरी बात मैं आपसे ये कर रहा था कि साहब ये जो 4 इमाम फिका के गुजरे हैं ना उनका चारों का तरीका जो है ना वो अलग-अलग है दूसरी तरफ इबादत में जी इबादत में दूसरी तरफ कीदा तो नहीं ना होती कीदा और चीज है इमाम अंकल जी मेरी बात से जो 12 इमाम है इमाम अली अलैहिस्सलाम इमाम हसन अलैहिस्सलाम इमाम हुसैन अलैहिस्सलाम इमाम ज़ैनुल आबिदीन अलैहिस्सलाम इमाम मोहम्मद बाकर अलैहिस्सलाम इमाम जाफ़र सादिक अलैहिस्सलाम और जो है ना इमाम मूसा काज़िम अलैहिस्सलाम इमाम रज़ा अलैहिस्सलाम इमाम मोहम्मद तकी अलैहिस्सलाम इमाम अली नकी अलैहिस्सलाम इमाम हसन अस्करी अलैहिस्सलाम और इमाम मेहदी आखिरुल ज़मान इन 12 का जो तरीक़ा है ना नमाज का ले लें या जो भी तरीक़ा है इन 12 का एक ही है जिस इमाम ने अगर पहले इमाम ने एक चीज़ को हराम करार दिया है तो दूसरे इमाम ने उसको हराम ही करार दिया है दूसरे ने उसके एंटी बात नहीं की है दूसरी तरफ 4 इमाम है चारों इमामों का जो नमाज का तरीका है वो अलग है ठीक है फिकाई जो मसाइल हैं वो अलग है एक कह रहा है कि आप नाक पर हाथ बांध लें एक कह रहा है ऊपर बांध लें एक कह रहा है हाथ छोड़ दे एक कह रहा है रफ़ा यदैन करे दूसरा कह रहा है इसका जवाब अब इसका जवाब भी देना एक तरीके से नमाज पढ़ी है पाक अभी चेक कर लेते हैं 4 तरीके से नमाज नहीं अभी चेक कर लेते हैं मोहतरम अभी अस्सलाम वालेकुम ताहिर खान साहब मुझे बात कर लेना आप जरा म्यूट रखें 2 मिनट ये मुसलमानों की आपस में बात हो लेना नहीं हम तो हमें तो आप काफिर समझते हैं तो चले हम काफिर हाँ एक मुदय्यन नबूवत के पैरोकार हैं आप हमारे तो एक ही नबी है ना शिया हो सुन्नी हो अहले हदीस हो देवबंदी हो इनका एक ही नबी है जो नबियों के इमाम है आपका तो अपने नबी बनाया हो तो इसलिए जरा इंतजार कर लें 2 मिनट वो नबी नहीं बनाया वो ये है कि उस नबी ने कहा 72 फिरके जहन्नमी है तो आप मानते क्यों नहीं 72 फिरके जहन्नमी ठीक है तो आप क्या हैं जी जी आप तो ना 72 में ना 73 में आपके मिर्जा साहब ने लिखा है कि करूने ओला में इस उम्मत के 73 फिरके बन चुके थे जो मिर्जा साहब ने फिरका बनाया जिसके बारे में वो कहते थे कि ये फिरका जदीदा इसका मैं पेशवा हूँ गवर्नर पंजाब को लिख रहे थे ये इसका नंबर कितना है 73 फिरके तो पहले ही बने हुए थे 73 की बात फिरके तो करूने ओला के दौर से बने हुए थे ना करूने सलासा बन गए थे वो ये है कि आप किसी वक्त मुझसे टाइम लेकर क्योंकि आपका मसला ये है कभी उनके साथ बात कर ना वो ये है लेकिन किसी घर में नहीं होगा ऑनलाइन नहीं होगा आप पैमरा से इजाजत लें मैं आ जाऊंगा पाकिस्तान किसी टीवी चैनल पर बात होगी ठीक है ना ताहिर खान साहब जी जी ताहिर खान साहब हेलो जी जी कौन सा बोल रहे हैं
جی میں سید اجاز نقوی طاہر خان صاحب آپ قادیانی نہیں پاک میں دیکھیں بات سنو اعجاز صاحب بات سنیں آپ کا سوال آیا ہے میں آپ کو مجھے 1 منٹ دے دے آپ کو پتا ہے کہ موسیٰ علیہ السلام غرشن میں پیدا ہوئے غوشن بھی کہتے ہیں جب فرعون کی اسمبلی نے انہوں نے کہا میں مسلمان ہوں جب فرعون کی اسمبلی نے ان کے خلاف بل پاس کیا 7 ستمبر کو تو انہوں نے کہا تم غرشنی ہو عیسیٰ علیہ السلام نے کہا میں مسلمان ہوں ان کے خلاف بھی 7 ستمبر کو ہوا انہوں نے کہا کہ تم ناصری ہو مسلمان نہیں ہو رسول اللہ صلی اللہ علیہ وسلم کے خلاف جب کفار مکہ نے دارالندوہ نے فتویٰ دیا تو انہوں نے کہا کہ نہیں 1 منٹ لو اجے تو انہوں نے کہا مجھے بات کرنے دے وہ یہ ہے نہیں چلو دو ایک اور نہیں میری بات سن لیں پھر آپ لمبی بات کر رہے ہیں میری ایک بات کا جواب دیں بس پاک محمد صلی اللہ علیہ وآلہ وسلم کے ختم نبوت ہونے پر آپ کیا کہیں گے یہ جو ابھی دیکھیں بات سنیں میں آپ کو بتاتا ہوں آپ کا سوال میرے پاس پہنچ گیا ایک منٹ ہے ان کا اپنا الہامی کلام ہے نقوی صاحب نہیں آپ عامر نذیر صاحب میں ان کا جی مجھے جواب وہ یہ ہے کہ رسول اللہ صلی اللہ علیہ وسلم کے خلاف دارالندوہ نے فتویٰ دیا تو مکی قرار دیا مرزا صاحب کے خلاف پاکستان کی قومی اسمبلی نے دیا تو قادیانی شہر سے کیا دوسری بات ختم نبوت ابھی آپ نے 12 اماموں کو علیہ السلام کا ہے علیہ السلام انبیاء کے ساتھ لگتا ہے اماموں کے ساتھ نہیں لگتا کس نے یہ بات کہی ہے جی سنیوں کے امام میری بات سنیں طاہر خان صاحب میری بات سنیں جبریل علیہ السلام ہو سکتے ہیں جو آل محمد کے دار کے نوکر ہیں سردار کیوں نہیں ہو سکتے میری بات سنیں میری بات علیہ السلام کی بات کریں اللہ تعالیٰ نے محمد اور آل محمد پر درود نازل کیا ہے درود بندہ نہ پڑھے تو بندے کی نماز مکمل نہیں ہوتی آل محمد وہ ہستیاں ہیں جن پر درود پڑھے بغیر آپ کی نماز مکمل نہیں ہو سکتی ٹھیک ہے شاید آپ کو یہ سمجھ نہیں آئے گی کیونکہ آپ کا ایمان جو ہے وہ ختم نبوت پر ہے ہی نہیں اور آپ کو سمجھ کیسے آنی ہے آپ کو سمجھ میری بات السلام ہے ان پر درود و سلام ہے اور اللہ تعالیٰ نے واضح کہہ دیا کہ محمد اور آل محمد پر درود و سلام ہے دیکھیں بات سنیں میرا تعلق بھی صحیح ایک منٹ نہیں مجھے بات کر 30 سیکنڈ چھوٹا سا سوال میں نے کر دو نقوی صاحب کو بتائیں مجھے سنے تو صحیح نا ایسے میوٹ کر کے گنے نا میوٹ کر کے گن لیں 30 سیکنڈ میں یہ کہہ رہا ہوں کہ نقوی صاحب کو بتائیں کہ حضرت امام حسین کی شہادت سے بڑھ کر مرزا صاحب کہتے ہیں کہ میرا جو مرید ہے ملا لطیف اس کی شہادت سیدنا حسین سے بڑھ کر ہے ایسا ہی ہے نا حضرت امام حسین کی شہادت سے بڑھ کر میدان کربلا میں جو شہید ہوئے ان سے بڑھ کر ملا لطیف کی شہادت مانتے ہیں آپ کے نہیں مانتے دیکھیں آپ اختلافی مسائل آپ مجھے ان سے یہ پوچھیں اس میں کس کا اختلاف ہے ہمارا تو کوئی اختلاف نہیں ہم تو اس طرح کی سوچ نہیں رکھتے اہل سنت اور اہل تشیع میں سے کوئی دعویٰ نہیں کرتا حضرت امام حسین سے بڑھ کر کوئی شہید ہوا ہے سب سے بڑی میرے دیکھیں پاک رسول صلی اللہ علیہ وآلہ وسلم کے ختم نبوت ہونے پر آپ کا کیا عقیدہ ہے بس اس بات کا جواب دیں مختصر جواب نہیں مختصر نہیں ہو سکتا آپ کو میں سورہ اعراف کی آیت نمبر پہ اب آپ نے بات کی ہے خاموش ہو جائے دونوں یا اعوذ باللہ من الشیطان الرجیم بسم اللہ یا بنی آدم اما یاتینکم رسول منکم یقصون علیکم آیاتی فمن اتقی قد افلح فلا خوف علیہم ولا هم یحزنون اے بنی آدم آپ بنی آدم ہوں گے تا قیامت اما یاتین جب ہم آپ کی طرف رسول بنا کر بھیجے یقصون علیکم جو ہماری آیات آپ پر پڑھے اور رسول اللہ صلی اللہ علیہ وسلم سے قصص وہ جو معراج میں گئے تو ان سے عہد لیا گیا تھا جو کتاب تمہیں دی گئی نبوت کے ختم ہونے کا کہیں بھی قرآن حدیث میں ذکر نہیں دوسری آپ کو بتاؤں کہ میرے پردادا کا نام قرآن میں صراحت کے ساتھ ذکر ہے ختم نبوت کا
बात सुने, मैं मिर्जा साहब की तहरीर दिखाता हूँ, उन्होंने कहा है कि कुरान करीम में आप जरा खामोश हो का सराहत के साथ जिक्र है। मैंने 7 साल पहले आमिर नजीर साहब जब स्काइप पे आपसे बात, क्योंकि आप ठहरते नहीं है किसी पर। अच्छा, वो जो खत्म नबूवत की बात की मैंने उसका जी खत्म नबूवत करने के बाद आपने एक नबी को जिंदा रखा हुआ है, नबूवत की जरूरत माना है, ईसा अलैहिस्सलाम आएंगे। बस ये इमरजेंसी बटन है, ये दबा के बाजें, वरना मिर्जा साहब ने लिखा हुआ है नहीं खत्म नबूवत कुरान में सराहत के साथ बयान किया गया है। देखिए कुरान में खत्म नबूवत का जिक्र ही नहीं है। साहब आप अपने परदादा की बात करने लगे थे। हाँ, वो बात मेरे परदादा का नाम था सैयद अमीर अली हुसैन, ठीक है ना, मुजद्दिद थे वो। तो मैंने जी शुक्रिया जी, शाम शब बखैर, खुदा हाफिज जी, अस्सलाम वालेकुम। लोधी कैसे हो गए? लोधी में शरारतें नहीं छोड़िए। अस्सलाम वालेकुम। मेरे भाई और मिर्जा साहब लिखते ने नवानी खज़ैन नंबर 11 सफ़ा नंबर 27 ਦੇ ਵਿੱਚ ਕਿ ਉਹ ਬੰਦਾ क्या मुसलमान हो सकता है, ये जो आदमी वलाकिन रसूलुल्लाह व खातमुन नबीन के बाद भी वो कहे कि मैं मुसलमान हूँ और मैं नबूवत का दावा करता हूँ, वो आदमी कज़ाब दज्जाल है, वो लानती है, वो झूठा है, वो मुसलमान हो ही नहीं सकता। जो मलक इमरान ये वाला मुझे भेज दो वसल्लम के बाद जो है ना वो नबूवत का दावा। जी आमर भाई जल्दी करो, मैं चले। हाँ ਆਮਰ ਭਾਈ, ਤੁਹਾਡੇ ਸ਼ਾਗਿਰਦੇ ਖਾਸ ਇੱਥੇ ਕੋਈ ਨਹੀਂ ਆਇਆ, ਅੱਜ ਉਹਨਾਂ ਨੂੰ ਵਿਖਾਣਾ ਸੀ ਨਮੂਨਾ ਜਿਹੜਾ ਇੱਥੇ ਆਏ ਸਨ ਉਹਨਾਂ ਦੇ ਉਸਤਾਦ ਮੁਹਤਰਮ ਦੇ स्टूडेंट जो कुछ सब मेरा ख्याल था कि आप चले गए हैं। मेरा सैयद खानदान से ताल्लुक है, मेरे परदादा का नाम था सैयद अमीर अली। हम नहीं सुने तो सही ना, वो इमाम हसन, ये किताब उठा ले, नहीं की औलाद है वो इमाम, नहीं मेरे बारे में, नहीं यार बात तो सुने ना, मैं हो ही नहीं सकते। नहीं बात वो बता तो रहे हैं कि अपने परदादा की औलाद है। इमाम हसन की सलाम नहीं मानते, वो सैयद हो ही नहीं सकता। नहीं देखे सैयद कौन से सैयद है? मेरे बारे में ये किताब मेरे सामने पड़ी हुई है, मैं आन करके बता सकता हूँ। इमाम हसन की औलाद हैं, और लोगों ने लिखा है, हमारे तो दावे ही नहीं थे, ठीक है ना, ठीक है। इमाम सैयद, मैंने आपको बताया मेरे परदादा का नाम था हज़रत अमीर अली हुसैन, वो सैयद थे, इमाम हसन की औलाद 10 किताबों में लिखा हुआ है, ठीक है ना। तो इजाजत, और अच्छा दूसरी इजाजत साहब ताहिर खान साहब को इंटरप्ट ना करें, उनको बात करने दे पूरी। जी दूसरी बात यह है कि आपको पता है जो आप लोगों के दावे हैं शियों के, मैं एक बात आपको करना चाहता हूँ। मैं जमात अहमदी, मैं बेसिकली तो पब्लिक सर्विस। कल आप वर्जीनिया गए थे? वर्जीनिया कल ये कौन पूछ रहा है? मैं पूछ रहा हूँ यूसुफी, कल वर्जीनिया आप गए थे? नहीं आप क्या आपके जहन में बात है, बता दें। नहीं मेरे जहन में बात नहीं, मैंने वहाँ देखा था, लुक लाइक यू, तो मैं समझा शायद आप ही हैं, तो मैंने मेक श्योर करना चाहा कि नहीं मैं गया नहीं हूँ, लेकिन इनविटेशन है मुझे वहाँ पे जाके। अच्छा ताहिर खान साहब, आपने इस्लामाबाद किसी ब्रिगेडियर के साथ कभी नाश्ता किया इस्लामाबाद में? ब्रिगेडियर के साथ? ब्रिगेडियर मेरे नीचे काम करते रहे, ब्रिगेडियर सईद अहमद खान साहब, ब्रिगेडियर मंजूर जी सुने खान साहब, मेरी बात का जवाब दें। इमाम हसन अलैहिस्सलाम के किस बेटे की औलाद में से हैं आप? देखे वो जो किताब है वो लिखी है रोशन खान नवाकिनी मर्दान। अच्छा ताहिर खान साहब, आपके नीचे कितने ब्रिगेडियर काम करते थे? एक मेरे नीचे था सही, उनका नाम था सईद अहमद खान, वो डिप्टी इंजीनियर इन चीफ थे। एक मंजूर थे, मैं नहीं यार, एक आदमी बात करे ना,
میں ایک آدمی بات کرے نا، سارے نہیں، سارے بولیں گے، ایک وقت میں ایک بار. اچھا طاہر خان صاحب، بریگیڈیئر شاداب علی خان کو بھی جانتے ہیں آپ؟ نہیں، میں نہیں جانتا ان کو. میرے بڑے بھائی کا نام تھا بریگیڈیئر سید زین العابدین ولی اللہ شاہ. اچھا خان صاحب، یہ جو تھے اپنا جنرل اختر حسین، ان کے ساتھ بھی کوئی آپ کا تعلق رہا ہے؟ اختر حسین ملک کی بات کر رہے ہیں؟ جی 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 جی. اختر حسین ملک یہ تھا کہ وہ پاکستان کے وہ ہیرو تھے جنہوں نے کشمیر فتح کر لیا تھا اور اخنور تک پہنچے، کہ آگے تو سیالکوٹ تھا. ضیاء کے ساتھ بھی کبھی آپ کا ملنا ہوا ہے؟ بہت زیادہ ہوا ہے. میں 1900 ایک منٹ ضیاء الحق کا سوال کا جواب دے دوں. ضیاء الحق صاحب کے ساتھ یہ تھا. اچھا خان صاحب، یہ بھٹو صاحب کے ساتھ آپ کی ملاقات کب ہوئی تھی؟ بھٹو صاحب جب یہ پیپل پارٹی بن رہی تھی نا ڈاکٹر مبشر حسن کے گھر میں، تو میں 16, 17 یا 18 سال کا ہوں گا، تو بڑی وہاں تھی. تو پیپل پارٹی کی اس وقت یہ بینظیر صاحب جو ان کی عمر کتنی ہوگی اس وقت؟ یار مجھے نہیں پتا، وہ نہیں تھی وہاں پہ، عورتیں کوئی نہیں تھی. عورتوں میں جو لیفٹسٹ ٹائپ عورتیں تھی نا کچھ، وہ موجود تھی، لیکن وہ تصویر میں دیکھنا چاہتا ہوں. اور اچھا میری بات سن رہے ہیں، جنرل ضیاء الحق کا سوال. میں چونکہ پاکستان مریم نواز کے جو شوہر ہیں کیپٹن صفدر، ان کے ساتھ بھی کوئی تعلق ہے آپ کا؟ نہیں، میں مراسیوں کے ساتھ تعلق نہیں رکھتا. یہ مراسیوں کا خاندان ہے، اور میرا تعلق صوبہ سرحد یا پاکستان کے ایلیٹ خاندان. جنرل حمید گل جو ہے، جنرل حمید گل، اس کے بارے میں کچھ جانتے ہیں آپ؟ کوئی نہیں، میں آپ کو بتاتا ہوں امید گل کا. وہ یہ ہے کہ پہلے ضیاء الحق کا جواب دے دوں. میں جب پاکستان میں تھا تو میرے پاس ایک پورٹفولیو تھا کہ پریزیڈنٹ اور پرائم منسٹر اور MIP ڈائریکٹیو پہ کام کرنا تھا. تو میرے ایک بھائی جنرل ضیاء الحق کے سیکیورٹی. اسلام آباد آپ کے پاس پوسٹ کون سی تھی جب اسلام آباد میں تھے؟ کون سی پوسٹ پہ کام کرتے تھے آپ؟ میں نیشنل ہائی وے اتھارٹی میں تھا، ڈائریکٹر ہائی وے پاکستان، اور جو ان کی ڈائریکٹیو وغیرہ آتی تھی تو میں نے 3 لوگوں 4 سے ضیاء الحق جو صاحب. افغانستان میں بھی کبھی آپ نے ڈیوٹی کی ہے؟ افغانستان میں بھی کبھی کی ہے ڈیوٹی آپ نے؟ نہیں، افغانستان میں نہیں کی. نیشنل جو ہے ہائی وے اتھارٹی اس کے اوپر لک کا چیک کرتے تھے کہ لک صحیح ڈلی ہے کہ نہیں. نہیں، یہ کچے روٹ پہ چلتے تھے. جی دیکھیں اب مذاق شروع ہو گیا ہے. اچھا وہ یہ ہے کہ نہیں، اصل میں آپ افغانستان سے مائگریٹ ہو کے آئے تھے ادھر اسلام آباد؟ نہیں، میرے بات سنیں طاہر خان صاحب، میں نے آپ سے ایک سوال کیا ہے کہ اللہ کے بندے اتنے سوال ان کے ساتھ ہو گیا، ابھی تک آپ کو اندازہ نہیں ہوا وہ آپ کے کیا سوال کا جواب دیں گے؟ جنرل ضیاء الحق اب یہ بات ہے جاج شاہ صاحب کہ میری بات سن لیں. ضیاء الحق کی ڈائریکٹیو پہ ہم کام کرتے تھے، لیکن تفصیل نہیں بتا سکتا. اچھا خلیفہ مسرور صاحب کے ساتھ کبھی ڈائریکٹ رابطہ ہوا ہے آپ کا؟ خلیفہ مسرور صاحب کے ساتھ ملاقات ہوئی ہے آپ کی کبھی؟ میں 1960s میں جب میری عمر 17-18 سال تھی، میں جاتا تھا، ملتا تھا. اور یہ جب امریکہ دورے پہ آئے تو 2-3 دفعہ میری ملاقات ہوئی ہے ان سے. اچھا، اور یہ جو مسئلے موت ہے بشیر الدین محمود صاحب، ان کے بھی حالات زندگی سے جانتے ہیں آپ؟ جی دیکھیں بات یہ ہے، ڈالیں گے اس کے اوپر جو ستیانا پرکاش نے لکھا ہے نا، وہ کتاب پڑھنے آپ کے عالم ہوتے تھے ڈاکٹر اسرار احمد صاحب. تو ان کے خاندان کچھ لوگ جماعت سے بڑا تعلق رکھا. مرزا ناصر صاحب جو ہیں، یہ کون تھے مرزا ناصر صاحب؟ آپ ایسے کریں کہ ہماری اس پر چلے جائیں، گوگل میں ڈال دیں، تمام تفصیل آ جائے. مجھ سے نہ وہ تیسرے خلیفہ تھے، خلیفۃ المسیح الثالث رضی اللہ تعالیٰ عنہ، حافظ قرآن تھے وہ. جی نہیں، ایک آدمی سوال کرے، باقی میوٹ رکھے. مرزا ناصر صاحب کی کتنے بیٹے کتنے تھے مرزا ناصر صاحب کے؟ مرزا ناصر کے 3 بیٹے تھے. بڑا غالباً
فرید ہے, لقمان ہے, تیسرا میرا خیال ہے نصر تھا بڑا جو تھا. یہ مرزا طاہر صاحب مرزا ناصر صاحب سے چھوٹے تھے یا بڑے تھے؟ نہیں, ناصر مرزا طاہر احمد صاحب تو سن 81 میں خلیفہ بنے. مرزا ناصر احمد صاحب 1965 میں خلیفہ بنے تھے. اچھا, یہ قومی اسمبلی میں کون تھے, مرزا ناصر صاحب تھے یا مرزا طاہر صاحب؟ کیا چیز؟ ابو بکر میر صاحب. جی جی بھائی جان بھائی ابو بکر میر صاحب. او بھائی انہوں نے نہیں کچھ پتہ ہی ہو سید صاحب. جی جی نہیں پوچھیں انہوں نے جو انہوں نے سوال کیے ہیں. بھائی ابو بکر میر صاحب, بھائی عامر صاحب, مہربانی میرے سوال کی یار قسم. طاہر خان صاحب نے سب کے سوالوں کے جواب دیے ہیں ماشاءاللہ, بڑا علم ہے ان کے پاس. کیا بات ہے یار, میں تو فین ہو گئی طاہر خان صاحب. طاہر خان صاحب سے پوچھیں کہ ان کے خلیفوں کو کس نے خلیفہ بنایا ہے. طاہر خان صاحب آپ پوچھیں سوال. نہیں, اکبر خان صاحب کو میں نے منع کیا ہے کہ مجھ میں ان سے بات نہیں کرتا. اچھا اکبر خان صاحب آپ مجھ سے سوال پوچھیں, میں وہ طاہر خان صاحب سے پوچھ لوں گا. ان سے پوچھیں کہ ان کے خلیفوں کو خلیفہ کس نے بنایا ہے. نہیں اکبر خان صاحب آپ نے طاہر خان صاحب آپ کے خلیفوں کو خلیفہ کس نے بنایا؟ یہ مجھے بتائیں کہ موسیٰ علیہ السلام کے خلیفہ حضرت یوشع کو کس نے خلیفہ بنایا؟ عیسیٰ علیہ السلام کے خلیفہ پیٹر کو کس نے خلیفہ بنایا؟ لیکن عیسیٰ علیہ السلام کے خلیفے تو مرزا صاحب نے کہا ہے کہ کوئی نہیں ہے, وہ رسول پاک صلی اللہ علیہ وسلم کے آخری خلیفہ تھے حضرت موسیٰ علیہ السلام کے. آپ کی کسی بات کا اکبر خان میں نے آپ کو بلاک بھی کیا ہوا ہے, کوئی جواب نہیں. میں آپ سے بات نہیں, یہ سوال میری طرف سے ہے, یہ سوال میری طرف سے. اکبر خان صاحب مجھ سے کر رہے ہیں, میں آپ سے کر رہا ہوں. جی جی نہیں ان کا سوال نہ لے. جب میں دوسری بات ہے کہ محمد صلی اللہ علیہ وسلم کے خلیفہ کو خلیفہ کس نے بنایا؟ خدا بناتا ہے خلیفہ. نہیں, انہوں نے تو کبھی نہیں کہا. وہ تو قرآن پاک میں اللہ نے وعدہ کیا نا رسول پاک صلی اللہ علیہ وسلم کے خلیفوں کا, تو مرزا صاحب کے خلیفوں کا اللہ نے کہاں وعدہ کیا؟ دیکھیں اب میں آپ سے کہوں گا کہ مسلم رسول اللہ صلی اللہ علیہ وسلم کے خلیفوں کا ذکر ہے آیا تو پھر آپ وہاں فلیٹ ہو جائیں گے. میں نے آپ کو کہا کہ میں آپ سے بات نہیں کرتا, دوسرے دو سوال کریں ان کا میں جواب دوں گا. جہاں تک قرآن مجید میں کوئی آیت ایسی ہے جس میں ذمی بروزی اور غیر مستقل نبی کا ذکر ہو؟ کون سی آیت میں؟ بات یہ ہے کہ آپ کہتے ہیں کہ محمد صلی اللہ علیہ وسلم مہر ہیں, سیل آف دی پرافٹ. چلے میں آپ سے سوال کرتا ہوں کہ قرآن میں نہیں, آپ نے تو 10 سوال کیا, میرا بھی ایک لے لینا. قرآن میں نماز کا طریق ہے نہیں ہے؟ قرآن میں چلے امہات المومنین کے نام بتا دیں قرآن میں. نہیں وہ حدیث میں ہے نا, حدیث میں. اچھا ٹھیک ہے نا. پھر آپ یہ بتائیں کہ جو جنگیں ہوئی بدر ہوئی, ذلی بروزی نبوت کا ذکر بھی حدیث میں ہے, قرآن میں نہیں ہے. نہیں دیکھیں بات یہ ہے کہ ایک طرف تو آپ کہتے ہیں کہ جی محمد صلی اللہ علیہ وسلم مہر ہے نبیوں کی, تو مہر جو لگے گی. میں نے آپ سے پوچھا کہ ذلی بروزی نبوت کا کوئی ہے آیت قرآن میں, آپ نے کہا کہ نماز کا ذکر کہا ہے, میں نے کہا حدیث میں. تو پھر اس کا مطلب ہوا کہ ذلی بروزی نبوت کا ذکر حدیث میں ہوگا. ابو بکر میر صاحب آپ مجھے اپنا نمبر دے دیں, میں آپ کو جو قرآن میں ذکر ہے اس کی تفاصیل آپ کو بتا دوں. اللہ تعالیٰ نے قرآن میں ایک آیت. میرا نمبر لکھیں, میرا نمبر لکھیں. جی ایک منٹ میں لکھتا ہوں. 911 جی بات جی 9-2-11-420. نہیں یہ نمبر تو ٹھیک نہیں, غلط ہے. بیٹھے ہوئے ہیں, ان کا بھی کوئی کویسچن ہے. نہیں آپ 0092 لگائیں گے نا, اس کے بعد آپ لکھیں. جی بتائیے. 9-2-11-420. نہیں یہ نمبر نہیں ہے. یہ آپ نے جتنے 420 ہیں سب نے ایک ہی نمبر بتایا, اس کا مطلب ہے کہ بہت زیادہ 420 ہیں اور ہر ایک ہی نمبر بتاتا ہے. ٹھیک ہے نا. دیکھیں میں آپ کو بات, خان صاحب اپنا یوسفی صاحب بیٹھے ہوئے ہیں, یہ بھی کویسچن آپ سے کرنا چاہتے ہیں. جی ایک آدمی کرے مجھ سے ویلکم. میں نے ایک بات کر, یوسفی صاحب ابھی آپ کی باری ہے. یوسفی صاحب
जी एक मिनट एजाज साहब मैं तो लॉजिकली सवाल पूछना चाहता हूँ। जो दूसरे खलीफा हैं जमात अहमदिया के, मिर्जा बशीरुद्दीन महमूद, जी और मिर्जा साहब के जितने बच्चे हैं उनके नाम के साथ मिर्जा साहब का नाम आता है अहमद, तो खाली ये बशीरुद्दीन साहब हैं, इनके साथ मिर्जा नूरुद्दीन साहब का नाम आ रहा है, इसकी क्या वजह है? उनकी वल्दियत में उनका नाम क्यों? देखे जो जिन लोगों ने हजरत आयशा पर इल्ज़ामात लगाए, यहाँ ये एजाज साहब बैठे हुए हैं, गंदे इल्ज़ामात, जो गलीज लोग हैं उनका नाम था मिर्ज़ा बशीरुद्दीन महमूद अहमद नाम था उनका। लेकिन मैं आपको बताता हूँ, ये शिया बैठे हुए, मेरे 21 शिया दोस्त अहमदी हुए हैं। टोटल जो मेरी बैत हैं वो 161 हैं, उसमें 9 हाफिज कुरान है। बाकी सब बच्चों का नाम तो हमने ऐसे नहीं रखा, सिर्फ बशीरुद्दीन साहब का नाम ऐसे रखा। जहाँ तक मुझे लगता है कि उनका नाम जो है ना, मुझे कोई देखे आप लोग एजाज साहब जी बात तो आप के 21 बंदे शिया से अहमदी हुए हैं, क्या उनमें से किसी एक का नंबर मुझे दे सकते हैं आप? हाँ मैं देखिए जफरुल्लाह साहब बोल रहे हैं, अब ये भी आ गए हैं। जफरुल्लाह साहब सबसे पहले नहीं बोल रहे हैं आप मैं झूठ बोल रहे हैं। मेरी जो टोटल नहीं कौन आपने जवाब नहीं दिया। जफरुल्लाह साहब मुझ पर मैं चलो खुदा की कसम जफरुल्लाह शाह साहब ने अभी कोई बात नहीं की, अभी वो आए हैं, उन्होंने कोई बात नहीं की। अच्छा, एजाज साहब बात कर रहे हैं। एजाज साहब ठीक है एजाज साहब मुझे 1 मिनट दे दे, मैं बात करना चाहता हूँ। नहीं मैं मुवक्कत बाज़ाब कसम उठाता हूँ और लानतुल्लाह अलल काज़िबीन, मेरी बेटी 161 हैं, इसमें 9 हाफिज़ कुरान। कहते हैं जो एक साल में हजारों बैठे नहीं करवाता वो मखज़ूब है। जी मतलब है कि जो कमेटी के जरिए खलीफा बनाओ, खुदा का नाम लगा दो कि खुदा ने खलीफा बना दिया, लानतुल्लाह अलल काज़िबीन। जी हाँ, वो ये है कि 161 बैत हैं, 9 हाफिज़ कुरान, 21 शिया हैं, 32 पठान और 61 बलोच हैं, लेकिन आगे वो काम कर रहे हैं। आप एक का नंबर दे दें। देखिए जमात की तरफ से हुक्म है, मैं आपको एक वाक़या सुनाता हूँ। कुछ अर्सा पहले एक वो वाक़या फिर वो जनरल अख्तर का सुना है, वो सुना है मैंने। अख्तर हुसैन मलिक ने हथियार नहीं डाले और कश्मीर फतह किया, और जो बरेलवी जनरल था ये जफरुल्लाह शाह, उसने जाके शुरू से सुना है ना, जब इस्लामाबाद में आपने ब्रिगेडियर के साथ बैठ के नाश्ता किया। सवाल है पूछो कि ये जो नेशनल हाईवे के डायरेक्टर रहे हैं, कभी आपने अपनी गाड़ी कच्चे रूट पे चलाई है? अब ये देखे ना, ये फजूल बातें कर रहा है। कच्चे पे आप ही चल रहे हैं, सारी उम्र चलते रहे, ठीक है ना। मैं आपसे बात नहीं करता, अगर हया हो तुम में जरा सी तो मुझसे सवाल ना करो, म्यूट कर लो। हाईवे तो होती है ना, पक्की सड़क होती है, कच्ची सड़क भी तो होती है ना। अकबर खान साहब आप ना क्वेश्चन करें, ये सैयद साहब आए हुए हैं, उनको करने में। ओके सैयद साहब से क्वेश्चन जो ना उनका क्वेश्चन है। मेरे साहब नहीं, सबसे पहले मैं उनसे करता हूँ कि मैंने 2 महीने पहले उनको चैलेंज किया था कि टीवी पर आ जाएं, पैमरा से इजाज़त से, ये फरार। तो सबसे पहले ये जफरुल्लाह शाह साहब आपको बताएंगे कि इन्होंने मुझसे राह फरार क्यों इख्तियार की, वो बताएं फिर बात करें। जी मलक असर साहब हैं, मलक असर साहब हैं मॉडरेटर कौन है? एक मिनट दूसरी कॉल है, एक मिनट होल्ड करें। एक मिनट खान साहब बोलेंगे, 1 मिनट मैं इस तरह ना करें। अब इनको शाह साहब को बात कर लेते हैं, आप अपनी बारी पे बोलिएगा। 1 मिनट खान साहब बोलेंगे, 1 मिनट मैं बोलूंगा, इनका माइक म्यूट ना कीजिएगा। कैसर साहब जो भी बोले ना उसको आपने म्यूट कर देना, आपकी ड्यूटी है। जी मैं म्यूट कर दूंगा, कोई नहीं। 1 मिनट में एक कॉल है, मैं उनको जवाब देता हूँ, फिर 1 मिनट से आप आराम से आ जाए। हेलो, अच्छा मैं इनका जवाब देता हूँ। खान साहब कह रहे हैं जी पाकिस्तान का जो सरकारी टीवी है, पैमरा से इजाज़त ले और टीवी पर बुक करवाए। मैंने कहा खान साहब आप
इस अहल नहीं है कि आप मैं आपको कह रहा हूँ, आप उर्दू समझते हैं जफरुल्लाह साहब के कॉल है, उनको मैं जवाब देता हूँ। दे ले आप जवाब, मैंने कब रोका है जवाब? हेलो, हाँ जी हाँ जी हाँ जी, एक मिनट जरा होल्ड करें। खासा माइक म्यूट कर दें। जी जी जी, मैं म्यूट करता हूँ। म्यूट कर दें। जी 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 जी, बात सुने। हाँ हेलो, नहीं मैं आ रहा हूँ, 10 मिनट मुझे दे दें तो फिर मैं आपकी तरफ आ रहा हूँ, ठीक है ना? आगे से जवाब आवाज आप सिर्फ 10 मिनट देंगे तो फिर बात कैसी होगी 10 मिनट में? जी जी बात, हाँ नहीं मेरा जो आपके सवाल का जवाब दे भुट्टो साहब के खानदान के साथ मेरा ताल्लुक है। अच्छा खान साहब एक मिनट देना आपको। नहीं, फातिमा भुट्टो खान साहब आपको 1 मिनट मिलेगा। आप कहानियां बहुत सुनाते हैं, गुजारी है। अभी आपको 1 मिनट पूरा, मेरा 1 मिनट हो जाए तो मुझे बता दीजिएगा कोई मॉडरेटर। आपने जो खान साहब ये कहा ना कि पाकिस्तान का टीवी चैनल वो इतना फजूल टीवी चैनल नहीं है कि वो आप जो है वो तार खान साहब के लिए बुक करवाया जाए, ठीक है? ऐसे आपका जो शौक मैं यहाँ टिक टॉक पे पूरा कर देता हूँ। 1 मिनट आपका होगा और 1 मिनट मेरा होगा। देखते हैं कि खान साहब किस तरह से गुफ्तगू करते हैं। मैं दूसरी मुझे कॉल